ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਿਗੁਰ ਆਇਓ ਸਰਣ ਤੁਹਾਰੀ ਮਿਲੈ ਸੂਖ ਨਾਮ ਹਰਿ ਸੁਭਾ ਚਿੰਤਾ ਲਾਹੇ ਹਮਾਰੀ ਪਹਿਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ ਹਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਤੋਵੈ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਮਨ ਰੇ ਗਹਿਓ ਨਾ ਗੁਰ ਉਪਦੇਸ,
ਕਹਾ ਭਇਓ ਜੋ ਮੂੰਡ ਮੁਡਾਇਓ, ਭਗਵੋ ਕੀਨੋ ਭੇਸ। ਮਨ ਰੇ ਗਹਿਓ ਨਾ ਗੁਰ ਉਪਦੇਸ, ਕਹਾ ਭਇਓ ਜੋ ਮੂੰਡ ਮੁਡਾਇਓ, ਭਗਵੋ ਕੀਨੋ ਭੇਸ। ਰਹਾਉ ਸਾਚ ਛਾੜ ਕੈ ਝੂਠਹਿ ਲਾਗਿਓ, ਜਨਮ ਅਕਾਰਥ ਖੋਇਓ। ਕਰ ਪਰਪੰਚ ਉਦਰ ਨਿਜ ਪੋਖਿਓ, ਪਸ ਕੀ ਨਿਆਈ ਸੋਇਓ। ਰਾਮ ਭਜਨ ਕੀ ਗਤ ਨਹੀਂ ਜਾਨੀ, ਮਾਇਆ ਹਾਥ ਬਿਕਾਨਾ। ਉਰਜ ਰਹਿਓ ਬਿਖਿਆਨ ਸੰਗ ਬੌਰਾ, ਨਾਮ ਰਤਨ ਬਿਸਰਾਨਾ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਔਦ ਸਿਰਾਨੀ। ਕਹੋ ਨਾਨਕ ਹਰ ਬਿਰਦ ਪਛਾਨੋ, ਭੂਲੇ ਸਦਾ ਪਰਾਨੀ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਔਦ ਸਿਰਾਨੀ। ਕਹੋ ਨਾਨਕ ਹਰ ਬਿਰਦ ਪਛਾਨੋ, ਭੂਲੇ ਸਦਾ ਪਰਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਜਗ ਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤਸੰਗਤ ਦੀਆਂ ਪਵਿੱਤਰ ਘੜੀਆਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਲਈ ਆਪਾਂ ਨੂੰ ਪ੍ਰਾਪਤ ਹੋਈਆਂ। ਇਸ ਸਪੀਕਰ ਦੀ ਥੋੜ੍ਹੀ ਜਿਹੀ ਆਵਾਜ਼ ਘੱਟ ਕਰ ਦਿਓ, ਇਹ ਚੀਕ ਮਾਰਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਜੋ ਸਾਡੇ ਤਾਈਂ ਆਪਣੀ ਪਰਮ ਪਵਿੱਤਰ ਰਸਨਾ ਤੋਂ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਦੇ ਹੈ। ਹਜ਼ੂਰ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਅੱਜ ਪਾਉਂਟਾ ਸਾਹਿਬ ਦਾ ਸ਼ਹੀਦੀ ਸਾਕਾ ਹੈ। ਮਹੰਤਾਂ ਦੇ ਕਬਜ਼ੇ ਤੋਂ ਸਿੰਘਾਂ ਨੇ ਅੱਜ ਦੇ ਦਿਨ ਇਸ ਪਾਵਨ ਅਸਥਾਨ ਨੂੰ ਆਜ਼ਾਦ ਕਰਵਾਇਆ ਸੀ। ਤਰਨਾ ਦਲ ਦੇ ਸਿੰਘਾਂ ਨੇ ਬਹੁਤ ਭਾਰੀ ਕੁਰਬਾਨੀ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਯਾਦਗਾਰ ਸਤਿਗੁਰਾਂ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਪਾਵਨ ਵਸਾਏ ਹੋਏ ਨਗਰ ਦਾ ਜ਼ਿਕਰ ਕੀਤਾ ਹੈ। ਦੇਸ਼ ਚਾਲ ਹਮ ਤੇ ਪੁਨ ਭਈ, ਸ਼ਹਿਰ ਪਾਮਟੇ ਕੀ ਸੁਧ ਲਈ। ਚੌਜੀ ਪਾਤਸ਼ਾਹ 17 ਸਾਲ ਦੀ ਉਦੋਂ ਹਜ਼ੂਰ ਦੀ ਸਰੀਰਕ ਆਜੂ ਸੀ, ਜਦੋਂ ਮਹਾਰਾਜ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਦੀ ਬੇਨਤੀ ਮੰਨ ਕੇ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਇੱਥੇ ਚਰਨ ਪਾਏ ਸੀ। ਅਤੇ ਮਹਾਰਾਜ ਜੀ ਨੇ ਕਿਹਾ, ਇੱਥੋਂ ਦੇ ਮਹਾਰਾਜ ਨੇ ਜੰਗਲੀ ਸ਼ੇਰਾਂ ਦਾ ਉਧਾਰ ਕੀਤਾ। ਵਾਹ ਹਜ਼ੂਰ ਆਪਣੀ ਕਲਮ ਨਾਲ ਲਿਖਦੇ ਆ, ਤਹਿ ਕੇ ਸਿੰਘ ਘਨੇ ਚੁਨ ਮਾਰੇ। ਇੱਥੋਂ ਦੇ ਸ਼ੇਰ ਜਿਹੜੇ ਸੀ ਉਹ ਬਹੁਤੇ ਚੁਣ ਚੁਣ ਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਮਾਰਿਆ, ਸਦਗਤੀ ਦਿੱਤੀ। ਜੈਦ ਰਥ ਵਰਗੇ ਮਹਾਂਭਾਰਤ ਦੇ ਯੁੱਧ ਵਿੱਚ ਮਰੇ ਹੋਏ
ਅਧੋਗਤੀ ਨੂੰ ਸ਼ੇਰ ਦੀ ਜੂਨ ਵਿੱਚ ਭਟਕਦੇ ਹੋਏ ਮਹਾਰਾਜ ਜੀ ਨੇ ਛੁਡਾ ਦਿੱਤੇ। ਸੱਚੇ ਪਾਤਸ਼ਾਹ ਨੇ ਪਾਉਂਟਾ ਨਗਰ ਵਸਾਇਆ। ਜਮਨਾ ਦੇ ਕੰਢੇ ਤੇ ਵਸਿਆ ਹੋਇਆ ਇਹ ਰਮਣੀਕ ਅਸਥਾਨ ਸੱਚੇ ਪਾਤਸ਼ਾਹ ਜੀ ਦੀਆਂ ਪਵਿੱਤਰ ਯਾਦਗਾਰਾਂ। ਹਜ਼ੂਰ ਨੇ ਇੱਥੇ ਹੀ ਸ਼੍ਰੀ ਜਾਪ ਸਾਹਿਬ ਜੀ ਦੀ ਬਾਣੀ ਮਹਾਰਾਜ ਉਚਾਰਨ ਕੀਤੀ, ਸ਼ਸਤਰ ਨਾਮ ਮਾਲਾ ਉਚਾਰਨ ਕੀਤੀ, ਸ਼੍ਰੀ ਅਕਾਲ ਉਸਤਤ ਮਹਾਰਾਜ ਜੀ ਨੇ ਉਚਾਰਨ ਕੀਤੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇੱਥੇ 12 ਦਿਨਾਂ ਵਿੱਚ ਮਹਾਰਾਜ ਜੀ ਨੇ ਕਿਲ੍ਹਾ ਸਿਰਜਿਆ ਸੀਗਾ। ਰਾਜੇ ਮੇਦਨੀ ਪ੍ਰਕਾਸ਼ ਦੀਆਂ ਸੈਨਾਵਾਂ ਵੀ ਵਿੱਚ ਲੱਗੀਆਂ, ਨਾਲ ਸਿੱਖਾਂ ਨੇ ਲੱਗ ਕਰਕੇ 12 ਦਿਨਾਂ ਦੇ ਅੰਦਰ ਅੰਦਰ ਕਿਲ੍ਹੇ ਦੀ ਉਸਾਰੀ ਮੁਕੰਮਲ ਮਹਾਰਾਜ ਕਰਵਾਈ। ਕੁਝ ਕੁ ਚਿੰਨ੍ਹ ਰੂਪ ਵਿੱਚ ਉਸ ਕਿਲ੍ਹੇ ਦੇ ਨਿਸ਼ਾਨ ਹਨ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਹੀ 52 ਕਮੀਆਂ ਦਾ ਹਜ਼ੂਰ ਦਰਬਾਰ ਲਾਇਆ ਕਰਦੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਕਵੀਆਂ ਨੇ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਾਂ ਰਚਨਾ ਕਰਦੇ ਹਾਂ ਉਸ ਵਕਤ ਮਹਾਰਾਜ ਜਮਨਾ ਦਾ ਜਲ ਸ਼ੋਰ ਬਹੁਤ ਕਰਦਾ ਹੈ। ਸਤਿਗੁਰੂ ਜੀ ਨੇ ਆਗਿਆ ਕੀਤੀ ਹੈ, ਜਮਨਾ ਸਾਡੇ ਕਵੀ ਕਵਿਤਾ ਰਚਦੇ ਹੈ, ਤੇਰਾ ਜਲ ਸ਼ੋਰ ਕਰਦਾ, ਇੱਥੋਂ ਸ਼ਾਂਤ ਹੋ ਕੇ ਲੰਘਿਆ ਕਰ। ਮਹਾਰਾਜ ਜੀ ਦੀ ਆਗਿਆ ਨੂੰ ਮੰਨਦਿਆਂ ਜਮਨਾ ਦਾ ਪਾਣੀ ਪਿੱਛੇ ਵੀ ਬੜਾ ਸ਼ੋਰ ਕਰਦਾ ਹੈ, ਅੱਗੇ ਵੀ ਆਵਾਜ਼ਾਂ ਆਉਂਦੀਆਂ, ਪਰ ਜਦੋਂ ਅਸਥਾਨ ਦੇ ਲਾਗੋਂ ਦੀ ਲੰਘਦਾ ਉੱਥੇ ਜਲ ਦਾ ਬਿਲਕੁਲ ਵੀ ਕੋਈ ਸ਼ੋਰ ਨਹੀਂ, ਕੋਈ ਆਵਾਜ਼ ਨਹੀਂ ਆਉਂਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਰਾਜੇ ਮੇਦਨੀ ਪ੍ਰਕਾਸ਼ ਤੇ ਸ਼੍ਰੀਨਗਰ ਦੇ ਰਾਜੇ ਫਤਿਹ ਸ਼ਾਹ ਦੀ ਇੱਥੇ ਸੁਲ੍ਹਾ ਕਰਾਈ। ਗਰੀਬ ਨਵਾਜ ਜੀ ਨੇ ਬੇਅੰਤ ਕੌਤਕ ਕੀਤੇ। ਹਜ਼ੂਰ ਦੀਆਂ ਇਹ ਪਵਿੱਤਰ ਯਾਦਗਾਰਾਂ ਮੁੱਖ ਗੁਰਦੁਆਰੇ ਸਾਹਿਬ ਤੋਂ ਥੋੜ੍ਹੀ ਦੂਰੀ 'ਤੇ ਵਿਦਿਆਮਾਨ ਹਨ। ਇਹਨਾਂ ਪਾਵਨ ਅਸਥਾਨਾਂ ਦੀ ਬੇਅਦਬੀ ਮਹੰਤਾਂ ਨੇ ਜਦੋਂ ਆਪ ਹੁਦਰੀਆਂ ਕਾਰਵਾਈਆਂ ਕਰਕੇ ਕੀਤੀ। ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡ ਰਾਂਵਾਲੇ ਮਹਾਂਪੁਰਖ ਆਪ ਵੀ ਜਥੇ ਸਮੇਤ ਜਿਹੜਾ ਸੀ ਮਹਾਂਪੁਰਖ ਤਿਆਰੀ ਕਰ ਲਈ ਸੀ। ਬਹੁਤ ਭਾਰੀ ਪੰਥ ਦੇ ਅੰਦਰ ਰੋਸ ਸੀ। ਮਹਾਂਪੁਰਖ ਪਹੁੰਚੇ ਆਪ ਜਥੇ ਸਮੇਤ। ਉਸ ਤੋਂ ਪਹਿਲਾਂ ਇਹ ਸਾਰਾ ਘਟਨਾਕ੍ਰਮ ਵਾਪਰਿਆ। ਬਹੁਤ ਸਿੰਘਾਂ ਦੀ ਕੁਰਬਾਨੀ ਹੋਈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਾਵਨ ਅਸਥਾਨ ਆਜ਼ਾਦ ਹੋਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਸ ਪਾਵਨ ਅਸਥਾਨ ਲਈ ਜਿਨ੍ਹਾਂ ਗੁਰਮੁਖਾਂ ਨੇ, ਜਿਨ੍ਹਾਂ ਸਿੰਘਾਂ ਨੇ ਆਪਣੀ ਸ਼ਹਾਦਤ ਦਿੱਤੀ, ਕੁਰਬਾਨੀ ਕੀਤੀ, ਉਹਨਾਂ ਦੀ ਕੁਰਬਾਨੀ ਨੂੰ ਸਦ ਸਦ ਨਮਸਕਾਰ ਹੈ। ਸਰਕਾਰਾਂ ਨੇ ਬਹੁਤ ਭਾਰੀ ਉਸ ਸਮੇਂ, ਕਿਉਂਕਿ ਜਿਹੜੇ ਕੋਈ ਕੁਕਰਮ ਕਰਦੇ ਹੈ ਉਹ ਧਾਰਮਿਕ ਅਸਥਾਨਾਂ 'ਤੇ ਸਰਕਾਰੀ ਸ਼ਹਿ ਨਾਲ ਹੀ ਕੁਕਰਮ ਕਰਦੇ ਆ। ਉਹਨਾਂ ਨੂੰ ਹਕੂਮਤ ਦੀ ਪੂਰੀ ਤਾਕਤ ਹੁੰਦੀ ਹੈ ਕੋਲ, ਤਾਂ ਕਰਕੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਕਰਦੇ ਹੈ ਅਤੇ ਹਕੂਮਤ ਦੇ ਨਸ਼ੇ ਵਿੱਚ ਭੁੱਲੀ ਜਾਂਦੇ ਹੈ ਕਿ ਧਾਰਮਿਕ ਅਸਥਾਨ ਦੀ ਮਰਿਆਦਾ ਕੀ ਹੈ, ਇਸ ਅਸਥਾਨ 'ਤੇ ਕਿਹੋ ਜਿਹੀਆਂ ਵੇਵਸ ਨੇ ਉਹਨਾਂ ਨੂੰ ਬਿਲਕੁਲ ਨਹੀਂ ਟਕਰਾਉਂਦੀਆਂ। ਪਰ ਜਿਹੜੇ ਮਰ ਜੀਵੜੇ ਸਤਿਗੁਰੂ ਜੀ ਦੇ ਪਿਆਰ ਵਿੱਚ ਆਪਣੀ ਜ਼ਿੰਦਗੀ ਜਿਉਂਦੇ ਹੈ, ਉਹ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਦੀ ਤਰ੍ਹਾਂ ਆਪਣੇ ਜਾਨ ਨੂੰ ਲਾ ਕੇ, ਆਪਣੀ ਜਿੰਦ ਨੂੰ ਲਾ ਕੇ ਗੁਰੂ ਸਾਹਿਬ ਦੇ ਅਸਥਾਨ ਨੂੰ ਆਜ਼ਾਦ ਕਰਾਉਣ ਲਈ ਆਪਣੇ ਵੱਡੇ ਭਾਗ ਸਮਝਦੇ ਹੈ ਕਿ ਸਾਡਾ ਸਰੀਰ ਵੀ ਜੇ ਕੁਰਬਾਨ ਹੋ ਜਾਵੇ ਗੁਰੂ ਅਸਥਾਨ ਲਈ ਤਾਂ ਇਹ ਬਹੁਤ ਸਾਡੇ ਚੰਗੇ ਭਾਗ ਹਨ। ਐਸੇ ਗੁਰਮੁਖ ਜਿਨ੍ਹਾਂ ਨੇ ਪਾਉਂਟਾ ਸਾਹਿਬ ਦੇ ਅੰਦਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ ਵਿੱਚ ਵਿਘਨ ਨਾ ਪੈਣ ਦਿੱਤਾ, ਆਪਣੀ ਜਾਨ ਤਲੀ 'ਤੇ ਧਲ ਕੇ ਸਤਿਗੁਰੂ ਜੀ ਦੇ ਹਜ਼ੂਰ ਬਾਣੀ ਪੜ੍ਹੀ, ਮਰਿਆਦਾ ਵਿੱਚ ਖਲਲ ਨਾ ਪੈਣ ਦਿੱਤਾ। ਸਿੰਘਾਂ ਦੇ ਇਉਂ ਵੇਖ ਕਰਕੇ ਨਿਸ਼ਚੇ ਨੂੰ
ਫਿਰ ਸਰਕਾਰ ਨੂੰ ਵੀ ਝੁਕਣਾ ਪਿਆ ਸੀਗਾ ਤੇ ਮਹੰਤਾਂ ਨੂੰ ਉੱਥੋਂ ਕੱਢ ਕੇ ਜਿਹੜਾ ਸੀ ਪ੍ਰਬੰਧ ਫਿਰ ਸਿੰਘਾਂ ਦੇ ਹੱਥ ਵਿੱਚ ਦਿੱਤਾ। ਉਹਨਾਂ ਦੀ ਕੁਰਬਾਨੀ ਦਾ ਦਿਨ ਅੱਜ ਦਾ ਦਿਨ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸੰਖੇਪ ਜੀ ਬੇਨਤੀ ਕੀਤੀ ਹੈ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਕਥਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਹਜੂਰ ਆਪਣੇ ਸ਼੍ਰੀ ਕੰਠ ਤੋਂ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਦੇ ਨੇ, ਪਿਆਰ ਨਾਲ ਸ਼ਰਧਾ ਨਾਲ ਮਹਾਰਾਜ ਜੀ ਦਾ ਅੰਮ੍ਰਿਤ ਉਪਦੇਸ਼ ਸਰਵਣ ਕਰੀਏ। ਹਜੂਰ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਰਾਗ ਸੋਰਠ ਦੇ ਅੰਦਰ ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਇਹ ਇੱਥੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ 9 ਸ਼ਬਦ ਸੰਪੂਰਨ ਹੋਏ ਹੈ। ਇਹ 10ਵਾਂ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਰਾਗ ਸੋਰਠ ਦੇ ਅੰਦਰ ਮਹਾਰਾਜ ਪਵਿੱਤਰ ਬਖਸ਼ਿਸ਼ ਕਰਦੇ ਹਨ ਪਾਵਨ ਉਪਦੇਸ਼ ਦੀ। ਮਨ ਰੇ ਗਹਿਓ ਨਾ ਗੁਰ ਉਪਦੇਸ਼। ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਿਆ ਦਿੰਦੇ ਹੈ। ਜੋ ਰਹਾਉ ਦੀਆਂ ਪੰਕਤੀਆਂ ਨੇ ਉਹਨਾਂ ਤੋਂ ਅਰਥ ਜਿਹੜਾ ਹੈ ਉਹ ਉਠਾਇਆ ਜਾਵੇਗਾ। ਪੜ੍ਹੋ ਰਹਾਉ ਦੀਆਂ ਪੰਕਤੀਆਂ ਅਗਲੀਆਂ। ਕਹਾ ਭਇਓ ਜੋ ਮੂਡ ਮੁਡਾਇਓ ਭਗਵੋ ਕੀਨੋ ਭੇਸ। ਜੋ ਸਨਾਤਨੀ ਮਤ ਹੈ ਨਾ, ਇਸ ਦੇ ਅੰਦਰ ਇੱਕ ਭੇਖ ਹੈ। ਜਿਹੜੇ ਮੂੰਹ ਤੇ ਸਿਰ ਮੁੰਨ ਦਿੰਦੇ ਐ ਤੇ ਕਹਿੰਦੇ ਅਸੀਂ ਸੰਨਿਆਸ ਧਾਰਨ ਕਰ ਲਿਆ। ਸਿਰ ਦੇ ਵੀ ਸਾਰੇ ਕੇਸ ਉਸ ਤਰ੍ਹਾਂ ਨਾਲ ਲਾ ਦਿੰਦੇ ਆ ਜਿਵੇਂ ਹੱਥ ਦੀ ਹਥੇਲੀ ਹੁੰਦੀ ਹੈ, ਤੇ ਮੁਖ ਦੇ ਵੀ ਆਏ ਹੋਏ ਸਾਰੇ ਕੇਸ ਜਿਹੜੇ ਉਹ ਲਾ ਦਿੰਦੇ ਆ। ਉਹਨਾਂ ਨੂੰ ਜੇ ਪੁੱਛੀਏ ਕਿ ਇਹਦਾ ਕਾਰਨ ਕੀ ਹੈ, ਕਹਿੰਦੇ ਅਸੀਂ ਤਿਆਗ ਕਰ ਦਿੱਤਾ ਹੈ, ਪ੍ਰਵਿਰਤੀ ਤਿਆਗ ਦਿੱਤੀ ਹੈ। ਦੱਸੋ ਪ੍ਰਵਿਰਤੀ ਦਾ ਤਿਆਗ ਮਨ ਕੇ ਕਰਕੇ ਹੁੰਦਾ ਹੈ ਕਿ ਸਰੀਰ ਕਰਕੇ ਕੇਸ ਲਾਉਣ ਨਾਲ ਪ੍ਰਵਿਰਤੀ ਤਿਆਗ ਦੇਈਦੀ ਹੈ? ਕਹਿੰਦੇ ਅਸੀਂ ਜਗਤ ਤੋਂ ਸੰਨਿਆਸ ਲੈ ਲਿਆ ਹੈ, ਇਸ ਕਰਕੇ ਮੂੰਹ ਦੇ ਤੇ ਸਿਰ ਦੇ ਕੇਸ ਜਿਹੜੇ ਉਹ ਮੁੰਨ ਦਿੱਤੇ ਹੈ। ਹਜੂਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਤਰਬੇਣੀ ਸਜੇ ਹੋਏ ਸਨ, ਇੱਥੇ ਮਹਾਰਾਜ ਦੀ ਸੰਗਤ ਵਿੱਚ ਇੱਕ ਸੰਨਿਆਸੀਆਂ ਦਾ ਭੇਖ ਆਇਆ। ਜਦੋਂ ਸਨਾਤਨੀ ਮਤ ਵਿੱਚ ਕੁੰਭ ਦੇ ਮੇਲੇ ਆਦਿਕ ਹੁੰਦੇ ਹਨ, ਉਦੋਂ ਕਈਆਂ ਭੇਖਾਂ ਦੇ ਸਾਧੂ ਆਉਂਦੇ ਹੈ, ਉਦੋਂ ਇਹ ਸੰਨਿਆਸੀ ਵੀ ਆਉਂਦੇ ਆ ਚੱਲ ਕਰਕੇ। ਤੇ ਉੱਥੇ ਜਿਹੜਾ ਹੈ ਕਈ ਵਾਰ ਤੀਰਥ ਤੇ ਆ ਕਰਕੇ ਉਹ ਉਹਨਾਂ ਦੇ ਜਿਹੜੇ ਪੈਰੋਕਾਰ ਹੁੰਦੇ ਆ ਉਹ ਸਭ ਦੇ ਕੇਸ ਉੱਥੇ ਲਾ ਦਿੰਦੇ ਆ, ਸਿਰ ਦੇ ਤੇ ਮੂੰਹ ਦੇ। ਕਈਆਂ ਨੂੰ ਪ੍ਰਣ ਕਰਾਉਂਦੇ ਆ, ਇਸ ਤਰ੍ਹਾਂ ਆਪਣੇ ਭੇਖ ਵਿੱਚ ਲਿਆਉਂਦੇ ਆ। ਇਹੋ ਜਿਹਾ ਭੇਖ ਜਿਹੜਾ ਸੀ ਉਹ ਹਜੂਰ ਦੇ ਜਦੋਂ ਦਰਸ਼ਨ ਕਰਨ ਲਈ ਆਇਆ, ਮਹਾਰਾਜ ਦੀ ਬਾਬਤ ਸੁਣਿਆ। ਹਜੂਰ ਦਾ ਭਾਰੀ ਦਰਬਾਰ ਸਜਦਾ ਸੱਚੇ ਪਾਤਸ਼ਾਹ ਜੀ ਦਾ। ਬਹੁਤ ਸਾਰੇ ਲੋਕ ਤੀਰਥ ਤੇ ਤਰਬੇਣੀ ਤੇ ਆਉਂਦੇ, ਕਿਉਂਕਿ ਪਰਾਏ ਰਾਗ ਤੀਰਥ ਮੰਨਿਆ ਜਾਂਦਾ ਸਨਾਤਨੀ ਮਤ ਦੇ ਅੰਦਰ, ਤੇ ਪੁਰਬਾਂ ਤੇ ਇਸ਼ਨਾਨ ਦਾ ਫਲ ਸਮਝਿਆ ਜਾਂਦਾ ਹੈ। ਹਜੂਰ ਜੀਆਂ ਨੂੰ ਨਾਮ ਦਾ ਤੀਰਥ ਜਿਹੜਾ ਉਹ ਦੱਸ ਰਹੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਮਨੁੱਖਾ ਜਨਮ ਰੂਪੀ ਇਹ ਪਰਬ ਲੱਗਾ ਹੋਇਆ ਹੈ। ਸੱਚੇ ਪਾਤਸ਼ਾਹ ਆਪ ਹੀ ਗਰੀਬ ਨਵਾਜ ਪਰਬ ਦੀ ਨਿਆਈ ਹੈ। ਸਤਿਗੁਰੂ ਜੀ ਨਾਮ ਦੇ ਤੀਰਥ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ
ਐਸਾ ਉੱਥੇ ਪੁਰਬ ਲਾਤਾ ਤ੍ਰਿਵੇਣੀ ਤੇ ਹਜੂਰ ਦੇ ਜਿਹੜਾ ਵੀ ਕੋਲ ਆਉਂਦਾ ਹੈ, ਇੱਕ ਤਾਂ ਆਤਮਿਕ ਸ਼ਾਂਤੀ ਮਿਲਦੀ ਹੈ, ਨੰਗਿਆਂ ਨੂੰ ਵਸਤਰ ਮਿਲਦੇ ਹੈ, ਭੁੱਖਿਆਂ ਨੂੰ ਭੋਜਨ ਮਿਲਦਾ ਹੈ। ਤੇ ਭੋਜਨ ਕੇਵਲ ਕਿ ਥੋੜ੍ਹਾ ਜਿਹਾ ਐਵੇਂ ਮਰਜ਼ਾਦਾ ਮੁਤਾਬਕ ਨਹੀਂ, ਇੱਕ ਸਾਦਾ ਹੀ ਭੋਜਨ ਹੋਵੇ, ਨਹੀਂ ਹਜੂਰ ਦੇ ਲੰਗਰ ਦੇ ਵਿੱਚ 36 ਪ੍ਰਕਾਰ ਦੇ ਪਦਾਰਥ ਵਰਤਦੇ ਆ। ਤੇ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਕਲਮ ਨਾਲ ਆਖਿਆ ਕਿ ਸਾਡੇ ਪਿਤਾ ਜੀ ਨੇ ਬਹੁਤ ਜ਼ਿਆਦਾ ਉੱਥੇ ਜਿਹੜਾ ਸੀ ਪੁੰਨ ਦਾਨ ਇਹੋ ਜਿਹਾ ਕੀਤਾ ਕਿ ਲੰਗਰ ਇਹੋ ਜਿਹਾ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਚਲਾਇਆ ਕਿ ਘਿਓ ਦੀਆਂ ਖੀਰਾਂ, ਘਿਓ ਦੀਆਂ ਮਠਿਆਈਆਂ, ਇਉਂ ਕਈ ਪ੍ਰਕਾਰ ਦੀਆਂ ਸਬਜ਼ੀਆਂ, ਦਾਲਾਂ ਤੇ ਲੰਗਰ ਦੇ ਪ੍ਰਸ਼ਾਦੇ ਘਿਓ ਨਾਲ ਸਨਿਗਧ ਹੋਏ। ਜਦੋਂ ਸੰਗਤਾਂ ਨੂੰ ਛਕਣ ਨੂੰ ਮਿਲਦੇ ਤੇ ਫਿਰ ਲੰਗਰ ਵਿੱਚ ਕੋਈ ਕਿਸੇ ਦੀ ਜਿਹੜੀ ਸੀ ਉਹ ਜਾਤ ਨਹੀਂ ਪਰਖੀ ਜਾਂਦੀ। ਵੇਖ ਵੇਖ ਕੇ ਲੋਕ ਹੈਰਾਨ ਹੁੰਦੇ, ਜਿਹੜੇ ਮਰਜੀ ਮਤ ਦਾ ਸਾਧੂ ਗੁਰੂ ਨਾਨਕ ਸਾਹਿਬ ਦੇ ਲੰਗਰ ਵਿੱਚੋਂ ਅਟੁੱਟ ਲੰਗਰ ਪਾ ਰਿਹਾ ਤੇ ਨਾਲੇ ਤੀਰਥ ਤੇ ਆਉਂਦੇ ਐ। ਤੀਰਥ ਤੇ ਆਉਣ ਦਾ ਜਦੋਂ ਸੰਕਲਪ ਲੈ ਕੇ ਆਉਂਦੇ ਐ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਵੇਖ ਕੇ ਹੀ ਮਨ ਪ੍ਰਭਾਵਿਤ ਹੋ ਜਾਂਦਾ ਹੈ। ਫਿਰ ਮਹਾਰਾਜ ਦੇ ਲੰਗਰ ਵਿੱਚੋਂ ਲੰਗਰ ਛਕਦੇ ਐ, ਸਰੀਰ ਦੀ ਪੇਟ ਦੀ ਤ੍ਰਿਪਤੀ ਹੁੰਦੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਭੁੱਖਿਆਂ ਦੀ ਭੁੱਖ ਰੋੜ ਦਿੱਤੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ। ਇਹੋ ਜਿਹਾ ਮਹਾਰਾਜ ਆਪਣੇ ਹੱਥੋਂ ਗਰੀਬਾਂ ਨੂੰ ਦਾਨ ਕਰਦੇ ਕਿ ਸਭ ਦੀ ਗਰੀਬੀ ਰੋੜ ਦਿੱਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਬਹੁਤ ਭਾਰੀ ਮਹਾਰਾਜ ਜੀ ਦਾ ਦਰਬਾਰ ਸਜਦਾ, ਲੰਗਰ ਹਰ ਵੇਲੇ ਅਟੁੱਟ ਚੱਲਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲ ਮਤਾਂ ਮਤਾਂਤਰਾਂ ਦੇ ਸਾਧੂ ਉਪਦੇਸ਼ ਲੈ ਕਰਕੇ ਨਿਹਾਲ ਹੁੰਦੇ। ਇਹ ਭੇਖ ਆਇਆ ਜਿਹੜਾ ਮੂੰਹ ਸਿਰ ਜਿਹੜੇ ਮੁੰਨ ਛੱਡਦੇ ਆ ਤੇ ਭਗਵੇ ਕੱਪੜੇ ਜਿਹੜੇ ਆ ਉਹ ਪਹਿਨਦੇ ਆ ਤੇ ਇਉਂ ਕਹਿੰਦੇ ਆ ਕਿ ਅਸੀਂ ਘਰ-ਬਾਰ ਤੇ ਸੰਸਾਰ, ਮਾਇਆ, ਪ੍ਰਵਿਰਤੀ ਸਭ ਦਾ ਤਿਆਗ ਕਰ ਦਿੱਤਾ ਹੈ। ਸਤਿਗੁਰੂ ਜੀ ਦੇ ਜਦੋਂ ਇਹਨਾਂ ਦਰਸ਼ਨ ਪਾਏ ਹੈ, ਹਜੂਰ ਦੇ ਲੰਗਰ ਵਿੱਚੋਂ ਲੰਗਰ ਪਾਇਆ ਏ ਤੇ ਇਹਨਾਂ ਦਾ ਜਿਹੜਾ ਮੁਖੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਆਪ ਉਪਦੇਸ਼ ਦਿੰਦੇ ਹੋ, ਸਰਵਣ ਮਾਤਰ ਸੇ ਮਨ ਨੂੰ ਸਕੂਨ ਮਿਲਦਾ ਏ। ਮਹਾਰਾਜ ਜਿਹੜਾ ਸਾਡਾ ਭੇਖ ਹੈ, ਅਸੀਂ ਤਿਆਗ ਕੀਤਾ ਹੋਇਆ ਸਾਰੀ ਪ੍ਰਵਿਰਤੀ ਦਾ, ਮਹਾਰਾਜ ਇਹਦੀ ਬਾਬਤ ਆਪ ਦੱਸੋ। ਜੇ ਸਹੀ ਹੈ ਤਾਂ ਮਹਾਰਾਜ ਫਿਰ ਤੁਸੀਂ ਆਪਣੇ ਸਿੱਖਾਂ ਨੂੰ ਵੀ ਇਹ ਸਿੱਖਿਆ ਦਿਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਦਿ ਕਾਲ ਤੋਂ ਇਸ ਸਿੱਖੀ ਦੀ ਪਰਿਭਾਸ਼ਾ ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ। ਹਜੂਰ ਸਿੱਖ ਧਰਮ ਦੇ ਬਾਨੀ ਹੈ ਤੇ ਕਈ ਇਉਂ ਆਪਣੀਆਂ ਚਲਾਕੀਆਂ ਨਾਲ ਨਾ ਤਸਵੀਰਾਂ ਬਣਾਉਂਦੇ ਐ। ਦਸਵੇਂ ਪਾਤਸ਼ਾਹ ਜੀ ਦੇ ਸਨਮੁਖ ਪੰਜਾਂ ਪਿਆਰਿਆਂ ਦੀਆਂ ਤਸਵੀਰਾਂ ਆਖੇ ਜੀ ਉਦੋਂ ਮੋਨੇ ਸੀ ਅਜੇ। ਤੇ ਫਿਰ ਮਹਾਰਾਜ ਜੀ ਨੇ ਕੇਸ ਰੱਖਣ ਦੀ ਸਿੱਖਿਆ ਦਸਵੇਂ ਜਾਮੇ 'ਚ ਦਿੱਤੀ ਹੈ। ਸਾਧ ਸੰਗਤ ਜੀ, ਕੇਸ ਰੱਖਣ ਦੀ ਸਿੱਖਿਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਿੱਤੀ ਹੈ ਸੱਚੇ ਪਾਤਸ਼ਾਹ ਨੇ। ਇੱਕ ਗਵਾਹੀ ਨਹੀਂ, ਬਹੁਤ ਸਾਰੀਆਂ ਗਵਾਹੀਆਂ ਮਿਲਦੀਆਂ ਨੇ। ਜਿਹੜੇ ਭਾਈ ਮਰਦਾਨਾ ਜੀ ਮਹਾਰਾਜ ਦੇ ਬਚਪਨ ਦੇ ਸਾਥੀ ਹੈ, ਸਤਿਗੁਰੂ ਜੀ ਨੇ ਬਚਪਨ ਦੇ ਅੰਦਰ ਇਹ ਵਾਕ ਉਹਨਾਂ ਲਈ ਕਹੇ ਸੀ। ਮਾਂ ਨੇ ਜਦੋਂ ਆਵਾਜ਼ ਮਾਰੀ ਮਰ ਜਾਣਿਆ, ਘਰ ਨੂੰ ਆ ਜਾ, ਲੈਣ ਆਈ ਮਾਤਾ। ਹਜੂਰ ਨੇ ਵਾਕ ਕਹਿ ਕੇ, ਮਾਤਾ ਤੂੰ ਇਹਨੂੰ ਮਰ ਜਾਣਾ ਕਿਉਂ ਕਹਿੰਦੀ ਹੈ? ਉਹਦਾ ਨਾਂ ਹੀ ਮਰ ਜਾਣਾ ਰੱਖਿਆ ਹੋਇਆ ਸੀ। ਤੇ ਕਹਿਣ ਲੱਗੀ ਕਿ ਮੇਰੇ ਪੁੱਤਰ ਕੋਈ ਬਚਦਾ ਹੀ ਨਹੀਂ। ਤੇ ਮੈਂ ਕਿਹਾ ਇਹਨੂੰ ਵੀ ਮਾਰੀ ਜਾਣਾ, ਇਸ ਦਾ ਨਾਂ ਹੀ ਮਰ ਜਾਣਾ ਰੱਖ ਦਿੱਤਾ।
ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਅੱਜ ਤੋਂ ਬਾਅਦ ਕੇਸ ਨਾ ਇਹਦੇ ਕਤਲ ਕਰਿਓ, ਇਹਦਾ ਨਾਮ ਅੱਜ ਤੋਂ ਮਰਦਾ ਨਾ। ਇਹ ਨਹੀਂ ਮਰਦਾ, ਮਰਦਾਨਾ ਨਾਮ ਸਤਿਗੁਰਾਂ ਜੀ ਨੇ ਦਿੱਤਾ ਸੀਗਾ। ਗਰੀਬ ਨਵਾਜ ਨੇ ਕਿਹਾ ਕਿ ਕੇਸ ਨਾ ਅੱਜ ਤੋਂ ਕਤਲ ਕਰਿਓ। ਤੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖ ਮੁਸਲਮਾਨ ਧਰਮ ਦੇ ਅੰਦਰ ਭਾਈ ਮਰਦਾਨਾ ਜੀ, ਜਿਨ੍ਹਾਂ ਨੇ ਕੇਸਾਂ ਦੀ ਬੇਅਦਬੀ ਨਹੀਂ ਸਾ ਜ਼ਿੰਦਗੀ ਕੀਤੀ, ਮਹਾਰਾਜ ਦੀ ਸਿੱਖੀ ਨਿਭਾਈ, ਤੇ ਇਹ ਸਤਿਗੁਰਾਂ ਜੀ ਦੇ ਕਹੇ ਹੋਏ ਬਚਨ ਨੇ। ਜਨਮ ਸਾਖੀਆਂ ਗਵਾਹੀਆਂ ਭਰਦੀਆਂ ਨੇ, ਭਾਈ ਗੁਰਦਾਸ ਸਾਹਿਬ ਜੀ ਗਵਾਹੀ ਭਰਦੇ ਐ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਸਿੱਖੀ ਦਾ ਜੋ ਮੁੱਢਲਾ ਸਿਧਾਂਤ ਹੈ ਨਾ, ਉਹ ਕੇਸਾਧਾਰੀ ਹੋਣਾ। ਅੱਜ ਕੱਲ੍ਹ ਕਹਿ ਦਿੰਦੇ ਐ ਕਿ ਇਹ ਜੀ ਇਹ ਸਹਿਜਧਾਰੀ ਸਿੱਖ ਵੈ, ਜਿਨ੍ਹੇ ਮੁਖ ਤੇ ਦਾੜੀ ਨਹੀਂ ਰੱਖੀ, ਕੇਸ ਨਹੀਂ ਰੱਖੇ, ਉਹਨੂੰ ਸਹਿਜਧਾਰੀ ਸਿੱਖ ਦਾ ਜਿਹੜਾ ਉਹ ਦਰਜਾ ਦਿੰਦੇ ਐ। ਭਾਵੇਂ ਕਿ ਜਦੋਂ ਸਿੱਖੀ ਤੋਂ ਜਿਹੜਾ ਹੈ ਕਈ ਦੂਰ ਚਲੇ ਜਾਂਦੇ ਐ, ਉਪਦੇਸ਼ ਨੂੰ ਸੁਣਦੇ ਨਹੀਂ ਤੇ ਭੁੱਲ ਜਾਂਦੇ ਐ, ਭਟਕ ਜਾਂਦੇ ਐ। ਇਹ ਨਹੀਂ ਕਿ ਉਹਨਾਂ ਦੇ ਅੰਦਰ ਸਿੱਖੀ ਦਾ ਪਿਆਰ ਨਹੀਂ, ਪਰ ਸੰਸਾਰ ਦੇ ਔਗਣ, ਸੰਸਾਰ ਦੀਆਂ ਬੁਰਾਈਆਂ ਜ਼ੋਰ ਪਾ ਦਿੰਦੀਆਂ ਨੇ ਤੇ ਸਿੱਖੀ ਦੇ ਮੁੱਢਲੇ ਸਿਧਾਂਤ ਤੋਂ ਮੁਨਕਰ ਹੋ ਕੇ ਕੇਸਾਂ ਦੀ ਬੇਅਦਬੀ ਕਰ ਲੈਂਦੇ ਐ। ਇਸੇ ਕਰਕੇ ਜਦੋਂ ਕੋਈ ਸਤਿਪੁਰਖ ਫਿਰ ਪਿਆਰ ਨਾਲ ਪ੍ਰਚਾਰ ਕਰਦੇ ਆ ਨਾ, ਜਿਵੇਂ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖਾਂ ਨੂੰ ਸਿੱਖੀ ਬਾਰੇ ਪਤਾ ਲੱਗਿਆ, ਤੇ ਬੜੇ ਨੌਜਵਾਨਾਂ ਨੇ, ਇੱਥੋਂ ਤੱਕ ਹਾਲਤ ਉਦੋਂ ਮਾੜੀ ਸੀਗੀ ਕਿ ਸਟੇਜਾਂ ਦੇ ਉੱਤੇ ਦਾੜੀ ਕੱਟੇ ਹੋਏ ਢਾਡੀ ਤੇ ਕਵੀਸ਼ਰ ਜਿਹੜੇ ਸੀ ਉਹ ਕਵਿਤਾਵਾਂ ਬੋਲਦੇ ਹੁੰਦੇ ਸੀ। ਮਹਾਂਪੁਰਖਾਂ ਨੇ ਇਸ ਗੱਲ ਦਾ ਬਹੁਤ ਜ਼ਬਰਦਸਤ ਵਿਰੋਧ ਕੀਤਾ ਸੀ ਕਿ ਭਾਈ ਸਟੇਜ ਦੇ ਉੱਤੇ ਕੋਈ ਹਿੰਦੂ ਵੀਰ, ਮੁਸਲਮਾਨ ਵੀਰ ਗੁਰੂ ਸਾਹਿਬ ਦੀ ਸਿਫਤ ਕਰੇ ਤੇ ਸਾਡੇ ਵੱਲੋਂ ਕੋਈ ਮਨਾਹੀ ਨਹੀਂ ਹੈ, ਪਰ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਆਪਣੇ ਆਪ ਦੇ ਨਾਮ ਅਗਰ ਸਿੰਘ ਲਵਾ ਕੇ ਤੇ ਫਿਰ ਦਾੜੀ ਕੱਟ ਕੇ ਉਹ ਸਿੱਖੀ ਦਾ ਪ੍ਰਚਾਰ ਕਰੇ, ਇਹ ਕਿਵੇਂ ਹੋ ਸਕਦਾ ਹੈ? ਜਿਨ ਆਪ ਨਹੀਂ ਅੰਮ੍ਰਿਤ ਛਕਿਆ, ਦਾੜੀ ਤੇ ਕੇਸਾਂ ਦੀ ਬੇਅਦਬੀ ਕਰਦਾ ਹੈ, ਉਹ ਸਟੇਜ ਤੇ ਬੈਠ ਕੇ ਧਰਮ ਦਾ ਪ੍ਰਚਾਰ ਕਰ ਸਕਦਾ, ਧਰਮ ਦੀ ਸਿੱਖਿਆ ਦੇ ਸਕਦਾ? ਜੇ ਐਸੇ ਮਹਾਂਪੁਰਖ ਪੰਥ ਦੇ ਅੰਦਰ ਨਾ ਹੁੰਦੇ ਤਾਂ ਸ਼ਾਇਦ ਅੱਜ ਇਹੋ ਜਿਹੇ ਹਾਲਾਤ ਸਾਨੂੰ ਵੇਖਣ ਨੂੰ ਮਿਲਦੇ, ਕਿਉਂਕਿ ਉਸ ਸਮੇਂ ਇਹੋ ਜੀ ਹਵਾ ਚੱਲ ਚੁੱਕੀ ਸੀ। ਬਹੁਤ ਜ਼ਬਰਦਸਤ ਮਹਾਂਪੁਰਖਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਫਿਰ ਸਿੱਖੀ ਸਰੂਪ ਨਿਖਰ ਕੇ ਸਾਹਮਣੇ ਆਇਆ। ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖ ਤਾਂ ਬਹੁਤ ਪਿਆਰ ਨਾਲ ਕਹਿੰਦੇ ਹੁੰਦੇ ਸੀਗੇ ਕਿ ਭਾਈ ਨੌਜਵਾਨੋ, ਜਿਹੜਾ ਪੁੱਤਰ ਆਪਣੇ ਪਿਓ ਨਾਲ ਨਾ ਰਲੇ, ਉਹਦੀਆਂ ਗੱਲਾਂ ਲੋਕ ਪਰਿਆਂ 'ਚ ਕਰਦੇ ਐ ਤੇ ਉਹਦੇ ਵਾਸਤੇ ਚੰਗਾ ਸ਼ਬਦ ਨਹੀਂ ਵਰਤਦੇ। ਤੇ ਆਪਣਾ ਪਿਤਾ ਕੌਣ ਹੈ? ਆਪਣੇ ਪਿਤਾ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੇ ਆਪਣੇ ਪਿਤਾ ਜੀ ਦਾ ਸਰੂਪ ਕਿਹੋ ਜਿਹਾ? ਤੇ ਜੇ ਆਪਣੇ ਪਿਤਾ ਨਾਲ ਨਾ ਰਲਾਂਗੇ ਤੇ ਫਿਰ ਸੰਸਾਰ ਦੇ ਲੋਕ ਸਾਡੀ ਬਾਬਤ ਕੀ ਗੱਲਾਂ ਕਰਨਗੇ? ਇਹ ਸਿੱਖੀ ਦਾ ਮੁੱਢਲਾ ਸਿਧਾਂਤ ਹੈ। ਇਸ ਕਰਕੇ ਜੇਕਰ ਕਿ ਕੋਈ ਕੇਸਾਂ ਦੀ ਬੇਅਦਬੀ ਕਰਦਾ ਹੈ ਤਾਂ ਉਹਨੂੰ ਸਮਝਣਾ ਚਾਹੀਦਾ ਹੈ ਕਿ ਜਿਹੜਾ ਹੈ ਕੇਸਾਂ ਤੋਂ ਬਿਨਾ ਮੈਂ ਸਿੱਖੀ ਦੇ ਮੁੱਢਲੇ ਸਿਧਾਂਤ ਨੂੰ ਅਪਣਾ ਨਹੀਂ ਸਕਦਾ। ਬਹੁਤ ਬਚਨ ਨੇ तो ਆਪਾਂ ਸ਼ਬਦ ਦੀ ਕਥਾ ਸਰਵਣ ਕਰਨੀ ਹੈ। ਮਹਾਰਾਜ ਜੀ ਨੇ ਭਾਈ ਦਇਆਲ ਦਾਸ ਨੂੰ ਕਿਹਾ ਸੀ ਨਾ, ਅੰਮ੍ਰਿਤ ਛਕਣਾ ਪਵੇਗਾ, ਫਿਰ ਹੀ ਉਸ ਦਾ ਲੰਗਰ ਪ੍ਰਵਾਨ ਕੀਤਾ ਸੀਗਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਉਂ ਇਹ ਮਰਿਆਦਾ ਬਣਾਈ ਹੈ ਗਰੀਬ ਨਵਾਜ ਜੀ ਨੇ, ਜੋ ਮਾਲਵੇ ਵਿੱਚ ਮਹਾਰਾਜ ਸਾਹਿਬ ਜੀ ਨੇ ਚਰਨ ਪਾਏ ਸੀਗੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਸੀਗਾ ਕਿ ਭਾਈ ਕੇਸ ਸਾਡੀ ਮੋਹਰ ਹੈ, ਇਹ ਕੇਸਾਂ ਤੋਂ ਬਿਨਾ ਜੀਵ ਜਿਹੜਾ ਹੈ ਉਹ ਅਧੋਗਤੀ ਨੂੰ ਜਾਂਦਾ ਹੈ। ਇਹ ਪਰਮੇਸ਼ਰ ਦੇ ਭਾਣਾ ਮੰਨਣ ਦੇ ਪ੍ਰਤੀਕ ਮਹਾਰਾਜ ਜੀ ਨੇ ਆਖੇ ਹੈ। ਹਜੂਰ ਦੇ ਦਰਬਾਰ ਅੰਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਇਹ ਭੇਖ ਆਇਆ। ਇਹਨਾਂ ਨੇ ਹੁਣ ਆਪਣੇ ਮਤ ਅਨੁਸਾਰ ਮਹਾਰਾਜ ਜੀ ਨੂੰ ਆਖਿਆ
ਕਿ ਮਹਾਰਾਜ ਤੁਸੀਂ ਵੀ ਇਹ ਜਿਹੜਾ ਹੈ ਸੰਸਾਰ ਦਾ ਤਿਆਗ ਕਰਾਉਣ ਰੂਪ ਇਹੋ ਜਿਹਾ ਭੇਖ ਆਪਣੇ ਸਿੱਖਾਂ ਨੂੰ ਧਾਰਨ ਕਰਾਓ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਡਾ ਤਾਂ ਅਕਾਲੀ ਧਰਮ ਹੈ, ਸੱਚ ਦਾ ਧਰਮ ਹੈ। ਸਤਿਗੁਰੂ ਜੀ ਕਹਿੰਦੇ ਤਾਂ ਜਿਹੜਾ ਤੁਸੀਂ ਭੇਖ ਬਣਾਇਆ ਹੋਇਆ ਨਾ ਬਾਹਰੋਂ, ਇਹ ਕੇਵਲ ਢੌਂਗ ਹੈ, ਕੇਵਲ ਦਿਖਾਵਾ ਹੈ, ਵਾਹਿਗੁਰੂ ਨੂੰ ਮਿਲਣ ਦਾ ਇਹ ਰਸਤਾ ਨਹੀਂ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਉਹ ਪੁੱਛਦੇ ਆ, ਹਜੂਰ ਆਪ ਕਿਰਪਾ ਕਰਕੇ ਫਿਰ ਦੱਸੋ ਕਿ ਮਹਾਰਾਜ ਕਿਹੜਾ ਹੈ ਰਾਹ। ਤੇ ਹਜੂਰ ਫਿਰ ਮਨ ਦੇ ਪਰਥਾਏ ਸੱਚੇ ਪਾਤਸ਼ਾਹ ਜੀ ਸਿੱਖਿਆ ਦਿੰਦੇ। ਮਹਾਰਾਜ ਫਰਮਾਉਂਦੇ ਹਨ, ਮਨ ਰੇ ਗਹਿਓ ਨਾ ਗੁਰ ਉਪਦੇਸ਼। ਹਜੂਰ ਕਹਿੰਦੇ ਐ, ਹੇ ਮੇਰੇ ਮਨਾ, ਤੂੰ ਗੁਰੂ ਜੀ ਦਾ ਉਪਦੇਸ਼ ਗ੍ਰਹਿਣ ਨਹੀਂ ਕੀਤਾ, ਗਹਿਓ ਧਾਰਨ ਨਹੀਂ ਕੀਤਾ, ਗਹਿਓ ਪਕੜਨਾ ਨਹੀਂ ਕੀਤਾ ਉਪਦੇਸ਼ ਦਾ ਪੱਲਾ। ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਤੂੰ ਐਵੇਂ ਸਮਝ ਛੱਡਿਆ ਹੈ। ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖ, ਇੱਕ ਕੰਨ ਚੋਂ ਸੁਣਦਾ, ਦੂਸਰੇ ਕੰਨ ਬਾਹਰ ਕੱਢ ਛੱਡਦਾ। ਅੱਜ ਕਥਾ ਕੀਰਤਨ ਦਾ ਵੀ ਜਿਹੜਾ ਨਾ ਉਹ ਜੇ ਆਪਾਂ ਸਮਝੀਏ ਤਾਂ ਇਹ ਬਣਾ ਛੱਡਿਆ ਕਿ ਕਿਹੜੀ ਕੋਈ ਸਵਾਦਲੀ ਗੱਲ ਕਹੀ ਜਾਵੇ, ਕਿਹੜਾ ਕੋਈ ਟਿਊਨ ਤੇ ਹੀ ਸਾਨੂੰ ਸੁਣਾਇਆ ਜਾਵੇ ਤੇ ਲੋਕ ਪ੍ਰਭਾਵਿਤ ਹੋਣ। ਜਿਹੜਾ ਵਿੱਚ ਉਪਦੇਸ਼ ਹੈ, ਕਿਉਂਕਿ ਗੁਰਮਰਿਆਦਾ ਹੈ, ਕਦੇ ਵੀ ਕੋਈ ਹੋਰ ਜਿਹੜਾ ਸੰਗੀਤ ਦਾ ਪੱਖ ਹੈ ਨਾ, ਉਹ ਸ਼ਬਦ ਦੇ ਉੱਤੇ ਗੁਰਮੁਖ ਰਾਗੀ ਭਾਰੂ ਨਹੀਂ ਪੈਣ ਦਿੰਦੇ। ਸ਼ਬਦ ਨੂੰ ਮੁੱਖ ਰੱਖਦੇ ਐ ਤੇ ਸੰਗੀਤ ਨੂੰ ਨਾਲ ਮਿਲਾ ਕਰਕੇ ਮਹਾਰਾਜ ਜੀ ਦੇ ਸ਼ਬਦ ਨੂੰ ਉਹ ਗਾਇਨ ਕਰਦੇ ਐ। ਜੇ ਕਰਕੇ ਆਪਾਂ ਸ਼ਬਦ ਨੂੰ ਜਿਹੜਾ ਹੈ ਉਹ ਥੋੜਾ ਮਾਤਰ ਚ ਕਰ ਦਈਏ ਤੇ ਸਰਗਮ ਜਿਹੜੀ ਹੈ ਜਾਂ ਹੋਰ ਅਲਾਪ ਜਿਹੜੇ ਹੈ ਸੰਗੀਤ ਦੇ ਮੁਤਾਬਕ ਉਹ ਰਸਦਾਇਕ ਹਨ, ਪਰ ਗੁਰੂ ਉਪਦੇਸ਼ ਨੂੰ ਮੁੱਖ ਰੱਖਦੇ ਆ। ਬਾਣੀ ਦੇ ਗਾਇਨ ਦਾ ਇਹ ਆਧਾਰ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਫਰਮਾਉਂਦੇ ਆ ਕਿ ਮਨ ਵਿੱਚ ਆਪਣੇ ਖਿਆਲ ਕਰ, ਜੋ ਗੁਰੂ ਉਪਦੇਸ਼ ਸਿੱਖਿਆ ਦਿੰਦਾ ਹੈ ਉਹਨੂੰ ਤਾਂ ਤੂੰ ਗ੍ਰਹਿਣ ਨਹੀਂ ਕੀਤਾ। ਕੀਰਤਨ ਦੀਆਂ ਜੇ ਤੂੰ ਟਿਊਨਾਂ ਤੇ ਝੂਮ ਰਿਹਾ ਨਾ, ਤੇ ਉਹ ਸੰਗੀਤਕ ਜਿਹੜੀਆਂ ਹਨ ਚੀਜ਼ਾਂ ਉਹ ਤੈਨੂੰ ਅਸਰ ਤਾਂ ਘੜੀ ਪਲ ਕਰ ਰਹੀਆਂ, ਪਰ ਜੋ ਗੁਰੂ ਸਾਹਿਬ ਉਪਦੇਸ਼ ਕਹਿ ਰਹੇ ਆ ਬਾਣੀ ਦੇ ਅੰਦਰ, ਉਹਨੂੰ ਤੂੰ ਮਨ ਕਰਕੇ ਗ੍ਰਹਿਣ ਨਹੀਂ ਕੀਤਾ, ਧਾਰਨ ਨਹੀਂ ਕੀਤਾ। ਜਦੋਂ ਗੁਰੂ ਜੀ ਦੇ ਉਪਦੇਸ਼ ਨੂੰ ਸੁਣੇ ਨਾ, ਨਾਲ ਸੰਗੀਤ ਹੋਵੇ, ਤੇ ਫਿਰ ਏਡੀ ਛੇਤੀ ਮਨ ਟਿਕਦਾ ਕਿ ਹੋਰ ਸਾਧਨ ਕਾਰਗਰ ਨਹੀਂ ਹੁੰਦੇ। ਫਿਰ ਇਸੇ ਕਰਕੇ ਮਹਾਰਾਜ ਇਹ ਸੰਗੀਤ ਸਾਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਉਪਦੇਸ਼ ਦੇ ਤਾਤ ਪਰਜ ਨੂੰ ਸਮਝਣਾ, ਜੋ ਮਹਾਰਾਜ ਸਿਧਾਂਤ ਦੇ ਰਹੇ ਹੈ ਉਸ ਨੂੰ ਮਹਿਸੂਸ ਕਰਕੇ, ਉਸ ਪ੍ਰੇਮ ਨੂੰ, ਉਸ ਬੈਰਾਗ ਨੂੰ ਤੇ ਸੰਗੀਤ ਦੇ ਨਾਲ ਮਿਲ ਕਰਕੇ ਫਿਰ ਮਨ ਇੱਕਮਿਕ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਕਥਾ ਵੀ ਤੂੰ ਸੁਣਦਾ ਤਾਂ ਫਿਰ ਤੈਨੂੰ ਇਉਂ ਇੱਛਾ ਹੁੰਦੀ ਹੈ ਕਿ ਕੋਈ ਚੁਟਕਲੇ, ਕੋਈ ਹੋਰ ਹਾਸ ਰਸ ਦੀਆਂ ਗੱਲਾਂ, ਕੋਈ ਸੰਸਾਰ ਦੀ ਬਹੁਬਲਤਾ ਦੀਆਂ ਗੱਲਾਂ ਜੇ ਕਰਕੇ ਮਹਾਰਾਜ ਸੰਸਾਰ ਦੀ ਸਚਾਈ ਦੱਸਦੇ ਐ ਤੇ ਫਿਰ ਡਰ ਜਾਂਦਾ, ਕਹਿੰਦਾ ਨਾ ਮੌਤ ਦੀ ਗੱਲ ਨਾ ਕਰੋ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਗਰੀਬ ਨਵਾਜ ਡਰਾਉਂਦੇ ਥੋੜੋ ਐ। ਗਰੀਬ ਨਵਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਆ ਕਿ ਭਾਈ ਇਹ ਜਿਸ ਭੁਲੇਖੇ ਵਿੱਚ ਤੂੰ ਹੈ, ਜਿਹੜਾ ਤੇਰੇ ਅੱਗੇ ਪਰਦਾ ਪਿਆ ਹੋਇਆ, ਇਹਨੂੰ ਹਟਾ ਲੈ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਗਰੀਬ ਨਵਾਜ ਜਗਾਉਂਦੇ ਐ। ਜੋ ਕੁਝ ਸਾਡੇ ਮਨ ਨੇ ਸਮਝਿਆ ਹੋਇਆ ਉਹ ਗਲਤ ਵੈ, ਸਤਿਗੁਰੂ ਜੋ ਸਮਝਾਉਂਦੇ ਆ ਉਹ ਸਹੀ ਹੈ, ਪਰ ਮਨ ਜਿਹੜਾ ਉਹ ਢੀਠ ਆਖੇ ਹੀ ਨਹੀਂ ਲੱਗਦਾ ਹੈ। ਸਤਿਗੁਰੂ ਜੀ ਕਹਿੰਦੇ ਨੇ, ਮਨ ਰੇ ਗਹਿਓ ਨਾ ਗੁਰ ਉਪਦੇਸ਼। ਹੇ ਮਨਾ, ਤੂੰ ਗੁਰੂ ਦਾ ਉਪਦੇਸ਼ ਧਾਰਨ ਨਹੀਂ ਕੀਤਾ ਹੈ। ਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਨੂੰ ਤੂੰ ਮਨ ਕਰਕੇ, ਪ੍ਰੀਤ ਕਰਕੇ ਨਹੀਂ ਕਮਾਇਆ ਹੈ, ਕੇਵਲ ਆਪਣਾ ਇੱਕ ਪ੍ਰਯੋਜਨ ਹੀ ਉਪਜੀਵਕਾ ਦਾ ਬਣਾ ਛੱਡਿਆ ਹੈ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਤੂੰ ਮਨ ਕਰਕੇ ਗ੍ਰਹਿਣ ਨਹੀਂ ਕੀਤਾ। ਸਤਿਗੁਰੂ ਜੀ ਦੇ ਉਪਦੇਸ਼ ਦਾ
ਤੂੰ ਪੱਲਾ ਜਿਹੜਾ ਹੈ ਨਾ ਉਹ ਨਹੀਂ ਪਕੜਨਾ ਕੀਤਾ ਹੈ। ਕਹਾ ਭਇਓ ਜੋ ਮੂੰਡ ਮੁਡਾਇਓ। ਹਜੂਰ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ, ਮਨ ਕਰਕੇ ਤਾਂ ਗੁਰੂ ਉਪਦੇਸ਼ ਧਾਰਨ ਨਹੀਂ ਕੀਤਾ, ਤਾਂ ਕਹਾਂ ਭਇਓ ਜੋ ਮੂੰਡ ਮੁੰਡਾਇਓ। ਕੀ ਹੋ ਗਿਆ ਜੇ ਫਿਰ ਮੂੰਹ ਸਿਰ ਮਨਾ ਦਿੱਤਾ ਤਾਂ? ਮੂੰਡ ਭਾਵ ਮੂੰਹ ਤੇ ਮੁੰਡਾਇਓ ਭਾਵ ਮੁੰਨ ਦਿੱਤਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਇਹ ਸਿੱਧੀ ਦੀ ਪ੍ਰਾਪਤੀ ਮੰਨਦੇ ਆ ਨਾ, ਕਿ ਸਾਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਸਿੱਧੀ ਪ੍ਰਾਪਤ ਹੁੰਦੀ ਹੈ, ਤੇ ਕਹਿੰਦੇ ਨੇ ਕਿ ਮੂੰਡ ਮੁੰਡਾਇਆ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਕਬੀਰ ਜੀ ਦੇ ਇਹ ਡੰਕੇ ਦੀ ਚੋਟ ਦੇ ਸ਼ਬਦ ਹਨ। ਕਹਿੰਦੇ ਕਿ ਭਾਈ ਮੂੰਡ ਮੁੰਡਾਇਆ ਜੇ ਸਿੱਧ ਪਾਈ, ਮੂੰਹ ਸਿਰ ਮਨਾ ਕੇ ਜੇਕਰ ਕਿ ਸਿੱਧ ਸ਼ਕਤੀ ਪ੍ਰਾਪਤ ਹੁੰਦੀ ਹੈ, ਸਿੱਧ ਮੁਕਤੀ ਪ੍ਰਾਪਤ ਹੁੰਦੀ ਹੈ, ਤੇ ਫਿਰ ਕਬੀਰ ਜੀ ਕਹਿੰਦੇ ਮੁਕਤੀ ਭੇਡ ਨਾ ਗਈਆ ਕਾਈ। ਭਈ ਭੇਡ ਕਿਉਂ ਨਹੀਂ ਮੁਕਤ ਹੋਈ? ਉਹਦੀ ਤਾਂ ਉਹਨ ਮਹੀਨੇ ਬਾਅਦ ਹੀ ਲਾ ਦਿੰਦੇ, ਉਹਨੂੰ ਤਾਂ ਝੱਟ ਹੀ ਮੁੰਨ ਦਿੰਦੇ ਆ ਥੋੜੇ ਚਿਰ ਬਾਅਦ ਹੀ। ਉਹਨੂੰ ਤਾਂ ਸਭ ਤੋਂ ਪਹਿਲਾਂ ਫਿਰ ਮੁਕਤੀ ਮਿਲਣੀ ਚਾਹੀਦੀ ਹੈ ਨਾ। ਇਹ ਗੁਰਬਾਣੀ ਦੇ ਅੰਦਰ ਸੱਚ ਦੇ ਬਚਨ ਨੇ ਜਿਹੜੇ ਨਗਾਰੇ ਦੀ ਚੋਟ ਤੇ ਕਹੇ ਹੋਏ ਆ, ਤੇ ਇਹਨਾਂ ਨੂੰ ਕੋਈ ਝੁਠਲਾ ਨਹੀਂ ਸਕਦਾ ਹੈ। ਕਬੀਰ ਸਾਹਿਬ ਦੇ ਕੋਲ ਵੀ ਇੱਕ ਆ ਕੇ ਕਹਿਣ ਲੱਗਾ ਕਿ ਜਿਹੜਾ ਹੈ ਕਬੀਰ ਜੀ, ਇਹ ਕਿਉਂਕਿ ਸਾਰੇ ਭਗਤ ਕੇਸਾ ਧਾਰੀ ਹੋਏ ਆ, ਸਾਰੇ 33 ਕਰੋੜ ਦੇਵੀ ਦੇਵਤਾ ਕੇਸਾ ਧਾਰੀ ਹੈ, ਮੁਸਲਮਾਨ ਪੀਰ ਸਾਰੇ ਕੇਸਾ ਧਾਰੀ ਹੈ। ਜੇ ਆ ਗੋਰਿਆਂ ਦੇ ਜੀਸਸ ਦੀ ਫੋਟੋ ਵੇਖ ਲਓ ਤੇ ਉਹ ਵੀ ਮੰਨਦੇ ਕਿ ਸਾਡੇ ਪੁਰਖ ਕੇਸਾ ਧਾਰੀ ਹੈ। ਕੇਸ ਕੱਟੇ ਹੁਣ ਕੋਈ ਪੀਰ ਪੈਗੰਬਰ ਕੋਈ ਦੇਵੀ ਦੇਵਤਾ ਨਹੀਂ ਹੈ। ਇਹ ਤਾਂ ਜਿਹੜਾ ਅਹਰੰਤ ਅਵਤਾਰ ਮਹਾਰਾਜ ਜੀ ਨੇ ਜਦੋਂ ਸੱਚੇ ਪਾਤਸ਼ਾਹ ਦਸਮ ਗ੍ਰੰਥ ਦੇ ਅੰਦਰ ਲਿਖਿਆ ਨਾ, ਉਦੋਂ ਨੰਦ ਕੇ ਰਾਜਿਆਂ ਦੀ ਸਾਰੀ ਸ਼ਕਤੀ ਗਵਾਉਣ ਲਈ ਤੇ ਇਹਨਾਂ ਦੇ ਕੇਸਾਂ ਦੇ ਮੁੰਡਨ ਕਰ ਦਿੱਤੇ ਸੀਗੇ। ਉਹ ਫੜ ਕੇ ਇਹਨਾਂ ਮਰਿਆਦਾ ਬਣਾ ਲਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਿਖਾ ਹੀਨ ਕੀਨੇ ਸਭ ਰਾਜੇ, ਸਾਰੇ ਰਾਜੇ ਜਿਹੜੇ ਸੀ ਉਹ ਸਿਖਾ ਬੋਦੀਆਂ ਤੋਂ ਭਾਵ ਕੇਸਾਂ ਤੋਂ ਰਹਿਤ ਕਰ ਦਿੱਤੇ ਪਕੜ ਕਰਕੇ, ਕਿ ਤੇ ਸਿਖਾਹੀਨ ਮੰਤਰ ਨਾ ਫੁਰੈ। ਉਹ ਫਿਰ ਕੇਸਾਂ ਤੋਂ ਰਹਿਤ ਹੋ ਗਏ, ਤੇ ਜਿਹੜੇ ਮੰਤਰ ਸੀ ਉਹਨਾਂ ਨੂੰ ਫੁਰਦੇ ਨਹੀਂ ਸੀ। ਜਿਹਦੇ ਕੇਸ ਨਹੀਂ ਨਾ, ਉਹਨੂੰ ਇਹ ਬਾਣੀ ਦੀ ਸ਼ਕਤੀ ਉਸ ਸਿੱਖ ਨੂੰ ਸੰਪੂਰਨ ਨਹੀਂ ਹੁੰਦੀ। ਜਿਸ ਦੇ ਕੇਸ ਨਹੀਂ ਹਨ, ਮਹਾਰਾਜ ਨੇ ਪ੍ਰਤੱਖ ਗਵਾਹੀ ਦਿੱਤੀ ਹੈ, ਜੇ ਕੋ ਕਰੈ ਉਲਟ ਤਿਹ ਪਰੈ। ਜੇ ਕੋਈ ਕਰਦਾ ਨਾ, ਉਹ ਪੜ੍ਹਦਾ ਵੀ ਹੈ ਤੇ ਉਹ ਉਲਟ ਕੇ ਮੰਤਰ ਉਹਨੂੰ ਹੀ ਨੁਕਸਾਨ ਕਰਦਾ। ਗੁਰੂ ਜੀ ਦੀ ਸਿੱਖਿਆ ਤਾਂ ਆਪਾਂ ਪਾਲਦੇ ਨਹੀਂ, ਫਿਰ ਮਹਾਰਾਜ ਸਾਹਿਬ ਜੀ ਤੋਂ ਆਪਾਂ ਕਿਹੜੇ ਸੁੱਖ ਮੰਗਦੇ ਆ। ਸੱਚੇ ਪਾਤਸ਼ਾਹ ਮਹਾਰਾਜ ਨੇ ਮੁੱਢਲਾ ਸਿੱਖੀ ਦਾ ਧਰਮ ਆਖਿਆ ਕੇਸਾ ਧਾਰੀ ਹੋਣਾ। ਤੇ ਕਬੀਰ ਜੀ ਦੇ ਕੋਲ ਆ ਕੇ ਉਹ ਕਹਿਣ ਲੱਗਾ ਕਿ ਕਬੀਰ ਜੀ, ਇਹ ਮੂੰਹ ਸਿਰ ਮੁੰਨਣ ਨਾਲ ਹੀ ਤਿਆਗ ਹੁੰਦਾ, ਤੁਸੀਂ ਵੀ ਆਪਣਾ ਮੂੰਹ ਸਿਰ ਮਨਾ ਲਓ। ਤੇ ਕਬੀਰ ਜੀ ਨੇ ਵੀ ਉਸ ਸਮੇਂ ਇਹ ਸਿੱਖਿਆ ਦਿੱਤੀ। ਕਬੀਰ ਸਾਹਿਬ ਜੀ ਕਹਿੰਦੇ ਆ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਗਲਤੀ ਕੀਤੀ ਹੈ ਉਹ ਤਾਂ ਤੇਰੇ ਮਨ ਨੇ ਕੀਤੀ ਹੈ ਸਾਰੀ। ਤੈਨੂੰ ਚਾਹੀਦਾ ਸੀਗਾ ਕਿ ਜਿਹੜੇ ਤੇਰੇ ਮਨ ਦੇ ਉੱਤੇ ਔਗਣਾ ਰੂਪੀ ਕੇਸ ਉੱਗੇ ਹੋਏ ਆ ਨਾ, ਜਿਹੜੇ ਔਗਣ ਤੇਰਾ ਖਹਿੜਾ ਹੀ ਨਹੀਂ ਛੱਡਦੇ, ਉਹ ਤੈਨੂੰ ਔਗਣਾ ਰੂਪੀ ਗਿਆਨ ਦੇ ਉਸਤਰੇ ਨਾਲ ਕੇਸ ਕੱਟਣੇ ਚਾਹੀਦੇ ਸੀ। ਉਹ ਇਹ ਅੰਤਰੀਵ ਦੱਸ ਰਹੇ ਹੈ। ਕਬੀਰ ਮਨ ਮੁੰਡਿਆ ਨਹੀਂ। ਕਬੀਰ ਸਾਹਿਬ ਜੀ ਕਹਿੰਦੇ ਮਨ ਨੂੰ ਤਾਂ ਜਿਹੜਾ ਔਗਣਾ ਤੋਂ ਭਾਵ ਰਹਿਤ ਨਹੀਂ ਕੀਤਾ। ਔਗਣਾ ਰੂਪੀ ਕੇਸ ਜਿਹੜੇ ਆ ਉਹ ਮਨ ਦੇ ਉਤੋਂ ਨਹੀਂ ਮੁੰਨੇ, ਨਹੀਂ ਕੱਟੇ। ਤੇ ਕੇਸ ਮੁੰਡਾਏ ਕਾਏ, ਇਹ ਜਿਹੜੇ ਭਗਵਾਨ ਦੀ ਦਾਤ ਹੈ, ਈਸ਼ਵਰ ਦੀ ਦਿੱਤੀ ਹੋਈ ਦਾਤ ਹੈ, ਇਹਦੇ ਵਿੱਚ ਖਲਲ ਪਾ ਕਰਕੇ ਤੂੰ ਇਹਨਾਂ ਨੂੰ ਕਿਉਂ ਕਟਾਉਣਾ ਕੀਤਾ ਹੈ। ਨੀਂਦ ਆਉਂਦੀ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਖਿਆ ਕਿ ਭਾਈ ਸਾਹਮਣੇ ਬੈਠ ਕੇ ਨਹੀਂ ਸੌਂਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਤਾਈਂ ਇਉਂ ਕਹਿੰਦੇ ਐ
ਗਰੀਬ ਨਿਵਾਜ ਸਤਿਗੁਰੂ ਜੀ ਉਹ ਬਖਸ਼ਿਸ਼ ਕਰਦੇ ਹੈ। ਤੇ ਕਬੀਰ ਸਾਹਿਬ ਜੀ ਦਾ ਇਹ ਪ੍ਰਮਾਣ ਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖਿਆ ਹਜੂਰ ਦਿੰਦੇ ਫਰਮਾਉਂਦੇ ਹਨ। ਕਹਾ ਭਇਓ ਜੋ ਮੂਡ ਮੁਡਾਇਓ। ਮਹਾਰਾਜ ਕਹਿੰਦੇ ਆ ਭਾਈ ਸੰਨਿਆਸੀ ਕੀ ਹੋਇਆ? ਕਹਾਂ ਭਇਓ ਜੋ ਮੂੰਡ ਮੁੰਡਾਇਓ, ਕੀ ਹੋ ਗਿਆ ਜੇ ਤੂੰ ਮੂੰਹ ਆਪਣਾ ਜਿਹੜਾ ਉਹ ਮਨਾ ਦਿੱਤਾ ਹੈ, ਸਿਰ ਦੇ ਕੇਸ ਮੂੰਹ ਦੇ ਕੇਸ ਜਿਹੜੇ ਉਹ ਲਵਾ ਦਿੱਤੇ ਆ। ਭਗਵੋ ਕੀਨੋ ਭੇਸ। ਤੇ ਆਪਣਾ ਜਿਹੜਾ ਭੇਖ ਵੈ ਬਾਹਰੋਂ ਭੇਸ ਜਿਹੜਾ ਲਿਬਾਸ ਹੈ ਉਹ ਭਗਵਾ ਜਿਹੜਾ ਉਹ ਧਾਰਨ ਕਰ ਲਿਆ ਹੈ। ਇਹੀ ਸਾਧੂ ਦੇ ਲੱਖਣ ਹਨ ਕਿ ਅਸੀਂ ਭਾਈ ਸਾਧੂ ਬਣ ਗਏ ਆ। ਤੇ ਕਬੀਰ ਸਾਹਿਬ ਜੀ ਨੇ ਫਿਰ ਇਹ ਸ਼ਬਦ ਕਹੇ ਨਾ ਕਿ ਮਨ ਦੇ ਉੱਤੋਂ ਤੈਨੂੰ ਔਗਣ ਨਾਸ਼ ਕਰਨੇ ਚਾਹੀਦੇ ਸੀ, ਪਰ ਕੇਸ ਮੁੰਡਾਏ ਕਾਏ। ਕਾਏ ਭਾਵ ਕਿਉਂ ਤੂੰ ਆਪਣੇ ਸਿਰ ਦੇ ਕੇਸ ਕਿਉਂ ਮਨਾ ਦਿੱਤੇ ਆ? ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਕਿ ਜਿਹੜਾ ਹੈ ਤੂੰ ਕੇਸਾਂ ਨੂੰ ਕਿਉਂ ਕਟਾ ਦਿੱਤਾ? ਕਿਉਂਕਿ ਜੋ ਕੁਛ ਕੀਆ ਸੋ ਮਨ ਕੀਆ। ਜਿਹੜੀ ਗਲਤੀ ਕੀਤੀ ਉਹ ਤਾਂ ਮਨ ਨੇ ਕੀਤੀ ਹੈ। ਤੇ ਕੇਸ ਕਿਉਂ ਤੂੰ ਮਨਾ ਦਿੱਤੇ? ਤਾਂ ਸਗੋਂ ਈਸ਼ਵਰ ਦੀ ਦਾਤ ਹੈ। ਇਹ ਤਾਂ ਸਗੋਂ ਤੂੰ ਬੱਜਰ ਕਰੈਤ ਕਰ ਦਿੱਤੀ ਹੈ। ਪਰਮਾਰਥ ਦੇ ਰਾਹ ਤੇ ਤਾਂ ਚੱਲਣਾ ਹੀ ਕੀ ਹੈ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਹ ਬੱਜਰ ਕਰੈਤ ਕਹੀ ਹੈ। ਸੱਚੇ ਪਾਤਸ਼ਾਹ ਨੇ ਜਿੱਥੇ ਕਰੈਤਾਂ ਕਹੀਆਂ ਨਾ ਗਰੀਬ ਨਵਾਜ ਜੀ ਨੇ, ਸਤਿਗੁਰੂ ਜੀ ਕਹਿੰਦੇ ਬੱਜਰ ਕਰੈਤ ਹੈ। ਤੇ ਭਾਈ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸਾਡੇ ਧਰਮ ਦੇ ਅੰਦਰ ਤਾਂ ਇਹ ਵਾਹਿਗੁਰੂ ਦੇ ਨਾਲੋਂ ਟੁੱਟੇ ਹੋਏ ਮਨਮੁਖਾਂ ਦੀਆਂ ਬੇਮੁਖਾਂ ਦੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਮੁਕਤੀ ਦਾ ਕਾਰਨ ਬਣਾਈ ਫਿਰਦੇ ਹੋ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਹਾਂ ਭਇਓ ਜੋ ਮੂੰਡ ਮੁੰਡਾਇਓ। ਕੀ ਹੋ ਗਿਆ ਜੇ ਤੁਸੀਂ ਆਪਣਾ ਮੂੰਹ ਸਿਰ ਜਿਹੜਾ ਭਾਈ ਮਨਾ ਲਿਆ ਹੈ? ਤੇ ਭਗਵੋ ਕੀਨੋ ਭੇਸ, ਜਿਹੜਾ ਭੇਸ ਵਾ ਉਹ ਭਗਵਾ ਬਣਾ ਲਿਆ ਹੈ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ਼ਬਦ ਦੀ ਕਥਾ ਵਿੱਚ ਜੁੜਨਾ ਹੋਵੇ ਤਾਂ ਬਹੁਤ ਮਨ ਦੀ ਪ੍ਰੀਤ ਤੇ ਇਕਾਗਰਤਾ ਚਾਹੀਦੀ ਹੈ। ਜੇ ਕਰਕੇ ਸਾਹਮਣੇ ਬੈਠ ਕਰਕੇ ਹੀ ਊਂਘੀਏ ਨੀਂਦ ਵਿੱਚ ਸੌਈਏ ਆਪ ਨਹੀਂ ਸੁਣ ਸਕਦੇ ਤਾਂ ਭਾਈ ਕਰਨ ਵਾਲੇ ਨੂੰ ਜਿਹੜਾ ਹੈ ਉਹ ਨਹੀਂ ਪਰੇਸ਼ਾਨ ਕਰਨਾ ਚਾਹੀਦਾ। ਕਥਾ ਸੰਗਤ ਵਿੱਚ ਆਉਂਦੀ ਆਵਾਜ਼ ਉਹ ਵੀ ਪਰੇਸ਼ਾਨ ਕਰਦੀ ਹੈ। ਪਰ ਜੇ ਕਰਕੇ ਆਪਾਂ ਮਾਹੌਲ ਨੂੰ ਆਪ ਖਰਾਬ ਕਰੀਏ, ਸੰਗਤ ਦੇ ਕਰਨ ਨੂੰ, ਸ਼ਬਦ ਦੇ ਜੁੜਨ ਨੂੰ, ਤਾਂ ਫਿਰ ਇਹ ਘਾਟੇ ਵਾਲੀ ਗੱਲ ਹੈ। ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸ਼ਬਦ ਵਿੱਚ ਪਿਆਰ ਨਾਲ ਜੁੜੀਏ ਤਾਂ ਪ੍ਰਸਾਦ ਪ੍ਰਾਪਤ ਹੁੰਦਾ ਹੈ। ਇਕਾਗਰ ਚਿੱਤ ਹੋ ਕਰਕੇ ਥੋੜਾ ਚਿਰ ਹੀ ਸੰਗਤ ਕਰਨੀ ਹੁੰਦੀ, ਕੋਈ ਸਾਰਾ ਦਿਨ ਨਹੀਂ ਆਪਾਂ ਚੌਂਕੜਾ ਲਾ ਕੇ ਸੰਗਤ ਕਰਨੀ। ਇਸ ਕਰਕੇ ਜਿਹੜੀ ਬੇਨਤੀ ਹੈ ਪ੍ਰਵਾਨ ਕਰਨੀ। ਤਾਂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਹਾ ਭਇਓ ਜੋ ਮੂੰਡ ਮੁਡਾਇਓ। ਕੀ ਹੋ ਗਿਆ? ਮਹਾਰਾਜ ਕਹਿੰਦੇ ਜੇ ਭਾਈ ਤੁਸੀਂ ਮੂੰਹ ਆਪਣਾ ਮਨਾ ਲਿਆ ਏ। ਭਗਵੋ ਕੀਨੋ ਭੇਸ, ਜਿਹੜਾ ਭੇਖ ਵਾ ਉਹ ਭਗਵਾਂ ਬਣਾ ਲਿਆ, ਭਗਵੇਂ ਕੱਪੜੇ ਪਾ ਲਏ ਨੇ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਸਾਚ ਛਾੜ ਕੇ ਝੂਠੇ ਲਾਗਿਓ। ਮਹਾਰਾਜ ਕਹਿੰਦੇ ਹਾਲਤ ਵੇਖੋ, ਸੱਚਾ ਨਾਮ ਹੈ ਉਹਨੂੰ ਛੱਡ ਕਰਕੇ ਝੂਠੇ ਸੰਸਾਰ ਵਿੱਚ ਚਿੱਤ ਲੱਗਾ ਹੋਇਆ ਹੈ। ਕੀ ਚਿੱਤ ਹਟ ਗਿਆ? ਕੇਸਾਂ ਦੇ ਕਟਾਉਣ ਨਾਲ ਸੰਸਾਰ ਦੇ ਸੁੱਖਾਂ ਵਿੱਚੋਂ, ਜੀਵ ਦੇ ਸਵਾਦਾਂ ਵਿੱਚੋਂ, ਮਨ ਦੇ ਅੰਦਰੋਂ ਜਿਹੜੇ ਵਿਕਾਰ ਵੇ ਨੇ ਉਹਨਾਂ ਵਿਕਾਰਾਂ ਦੇ ਫੁਰਨਿਆਂ ਵਿੱਚੋਂ ਮਨ ਬਾਹਰ ਆ ਗਿਆ। ਸਾਚ ਛਾੜ ਕੇ ਝੂਠਾ ਲਾਗਿਓ। ਸਗੋਂ ਮਹਾਰਾਜ ਕਹਿੰਦੇ ਸੱਚੇ ਨਾਮ ਨੂੰ ਛੱਡ ਕਰਕੇ ਝੂਠੇ ਸੰਸਾਰ ਦੇ ਅੰਦਰ ਮਨ ਲੱਗ ਗਿਆ। ਦਿਖਾਵੇ ਦਾ ਭੇਖ ਬਣਾ ਲਿਆ। ਮੈਨੂੰ ਕੋਈ ਸੰਤ ਕਹੇ, ਮੈਨੂੰ ਕੋਈ ਸਾਧੂ ਕਹੇ, ਵੇਖ ਕਰਕੇ ਕਹੇ ਕਿ ਬੜੇ ਸੰਨਿਆਸੀ ਜੀ ਮਹਾਰਾਜ ਪੁੱਜੇ ਹੋਏ ਐ। ਸੱਚੇ ਪਾਤਸ਼ਾਹ ਕਹਿੰਦੇ ਸੱਚਾ ਨਾਮ ਤਾਂ ਤਿਆਗ ਦਿੱਤਾ। ਸੱਚਾ ਸੀ ਗੁਰੂ ਜੀ ਦਾ ਉਪਦੇਸ਼, ਮਨ ਰੇ ਗਹਿਓ ਨਾ ਗੁਰ ਉਪਦੇਸ਼। ਆਪਣੇ ਮਨ 'ਚ ਸੰਨਿਆਸੀ ਜੀ ਝਾਤੀ ਮਾਰ ਕੇ ਵੇਖੋ। ਹਜੂਰ ਕਹਿੰਦੇ ਐ ਗੁਰੂ ਉਪਦੇਸ਼ ਤਾਂ ਗ੍ਰਹਿਣ ਨਹੀਂ ਕੀਤਾ ਹੈ। ਤੇ ਕੀ ਹੋ ਗਿਆ ਜੇ ਮੂੰਹ ਸਿਰ ਮਨਾਤਾ? ਤੇ ਇਹ ਮੂੰਹ ਸਿਰ ਮਨਾਉਣ ਨਾਲ ਸੰਤ ਬਣ ਜੀਦਾ, ਮੂੰਹ ਸਿਰ ਕਟਾਉਣ ਦੇ ਨਾਲ ਵਾਹਿਗੁਰੂ ਨੂੰ ਮਿਲ ਪਈਦਾ, ਸਗੋਂ ਪਰਮੇਸ਼ਰ ਤੋਂ ਬੇਮੁਖ ਹੋ ਜਾਈਦਾ ਹੈ। ਮਹਾਰਾਜ ਕਹਿੰਦੇ ਭਗਵਾਂ ਭੇਖ ਕਰਨ ਦੇ ਨਾਲ ਪਰਮੇਸ਼ਰ ਮਿਲ ਜਾਂਦਾ।
ਤੇ ਭਗਵਾਂ ਭੇਖ ਕਰਨ ਨਾਲ ਪਰਮੇਸ਼ਰ ਮਿਲਦਾ ਹੁੰਦਾ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਬਾਹਰੋਂ ਭੇਖ ਦੇ ਉੱਤੇ ਮੇਰਾ ਵਾਹਿਗੁਰੂ ਰੀਝਦਾ ਹੁੰਦਾ ਫਿਰ ਤਾਂ ਜਿਹੜਾ ਮਰਜ਼ੀ ਪ੍ਰਾਪਤ ਕਰ ਲੈਂਦਾ। ਪਰਮੇਸ਼ਰ ਬਾਹਰਲੇ ਭੇਖਾਂ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਦੇ ਨਹੀਂ ਭਿੱਜਦਾ ਹੈ। ਬਾਹਰਲੇ ਦਿਖਾਵੇ ਤੇ ਕਦੇ ਪਰਮੇਸ਼ਰ ਖੁਸ਼ ਨਹੀਂ ਹੁੰਦਾ। ਵਾਹਿਗੁਰੂ ਤਾਂ ਅੰਦਰ ਦੀ ਪ੍ਰੀਤ ਨਾਲ ਪ੍ਰਸੰਨ ਹੁੰਦੇ ਐ। ਸੱਚੇ ਪਾਤਸ਼ਾਹ ਕਹਿੰਦੇ ਹਾਲਤ ਇਹੋ ਜੀ ਹੈ ਕਿ ਸੱਚ ਨੂੰ ਛੱਡ ਕਰਕੇ, ਸੱਚ ਸਰੂਪ ਪਰਮੇਸ਼ਰ ਨੂੰ ਛੱਡ ਕਰਕੇ, ਸੱਚੇ ਨਾਮ ਨੂੰ ਛੱਡ ਕਰਕੇ ਮਹਾਰਾਜ ਕਹਿੰਦੇ ਭਾਈ ਝੂਠਾ ਲੱਗਿਓ। ਝੂਠੇ ਪਦਾਰਥਾਂ ਵਿੱਚ, ਸੰਸਾਰ ਵਿੱਚ, ਵਿਸ਼ਿਆਂ ਵਿੱਚ, ਸਵਾਦਾਂ ਵਿੱਚ ਮਨ ਲੱਗਿਆ ਹੋਇਆ ਏ। ਜਨਮ ਅਕਾਰਥ ਖੋਇਓ। ਅਕਾਰਥ ਵਿਅਰਥ ਹੀ ਸੱਚੇ ਪਾਤਸ਼ਾਹ ਕਹਿੰਦੇ ਆਪਣਾ ਜਨਮ ਖੋ ਲਿਆ, ਗਵਾ ਲਿਆ ਹੈ। ਵਿਅਰਥ ਹੀ ਜਨਮ ਜਿਹੜਾ ਬਰਬਾਦ ਕਰ ਛੱਡਿਆ। ਇਹੋ ਜੀ ਹਾਲਤ ਹੈ। ਉਪਦੇਸ਼ ਗ੍ਰਹਿਣ ਨਹੀਂ ਕੀਤਾ। ਕਰ ਪਰਪੰਚ ਉਦਰ ਨਿਜ ਪੋਖਿਓ। ਫਿਰ ਪਰਪੰਚ ਛਲ ਕੀਤਾ, ਪਰਪੰਚ ਧਰੋ ਕੀਤਾ ਤੇ ਕਾਦੇ ਲਈ? ਆਪਣੇ ਉਦਰ ਨੂੰ, ਪੇਟ ਨੂੰ ਪੋਖਣ ਲਈ, ਭਰਨ ਲਈ। ਆਪਣੇ ਉਦਰ ਦੇ ਭਰਨ ਲਈ ਹੀ ਸਾਰੇ ਪ੍ਰਯੋਜਨ ਹਨ ਕਿ ਇਹ ਮੇਰੇ ਚੇਲੇ ਬਾਲੇ ਹੋਣ, ਮੇਰੀ ਬੜੀ ਪ੍ਰਭਤਾ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਨਮ ਅਕਾਰਥ ਖੋਇਓ। ਇਹਨਾਂ ਕੰਮਾਂ ਵਿੱਚ ਜਨਮ ਤੂੰ ਆਪਣਾ ਅਕਾਰਥ ਵਿਅਰਥ ਗਵਾ ਦਿੱਤਾ ਹੈ। ਸੱਚੇ ਨਾਮ ਨੂੰ ਛੱਡ ਕੇ ਤੇ ਝੂਠ ਵਿੱਚ ਲੱਗ ਕੇ ਆਪਣੇ ਜਨਮ ਨੂੰ ਗਵਾਇਆ ਤੇ ਜਨਮ ਦਾ ਅਰਥ ਨਹੀਂ ਕੋਈ ਨਿਕਲਿਆ। ਫਿਰ ਕੋਈ ਤੈਨੂੰ ਲਾਭ ਨਹੀਂ ਹੋਣਾ ਕਿਉਂਕਿ ਜਦੋਂ ਸੱਚਾ ਨਾਮ ਹੀ ਤਿਆਗ ਦਿੱਤਾ ਹੈ, ਸੱਚ ਨੂੰ ਛੱਡ ਹੀ ਛੱਡਿਆ ਹੈ। ਜੇ ਇੰਨਾ ਸਮਾਂ ਸੌਣ ਨੂੰ, ਇੰਨਾ ਸਮਾਂ ਖਾਣ ਪੀਣ, ਹੱਸਣ ਖੇਡਣ ਨੂੰ, ਥੋੜਾ ਚਿਰ ਹੀ ਭਜਨ ਕਰਨਾ ਪਵੇ ਤਾਂ ਵੀ ਆਲਸ ਆਵੇ ਤਾਂ ਫਿਰ ਸਾਚ ਛੱਡ ਕੇ ਸਾਡੀ ਹਾਲਤ ਵੀ ਇਹੀ ਹੈ ਨਾ। ਭਾਵੇਂ ਮਹਾਰਾਜ ਸੰਨਿਆਸੀਆਂ ਨੂੰ ਉਪਦੇਸ਼ ਦੇ ਰਹੇ ਹੈ ਪਰ ਕੱਲਾ ਸੰਨਿਆਸੀਆਂ ਨੂੰ ਉਪਦੇਸ਼ ਨਹੀਂ, ਸੱਚਾ ਨਾਮ ਛੱਡ ਦਿੱਤਾ ਹੈ ਕਿਉਂਕਿ ਕੋਈ ਪਿਆਰ ਨਹੀਂ ਸੱਚੇ ਨਾਮ ਦੇ ਨਾਲ। ਜੇ ਪਿਆਰ ਹੋਵੇ ਤਾਂ ਥੋੜੇ ਸਮੇਂ ਲਈ ਨਿਤਨੇਮ ਇਕਾਗਰਤਾ ਨਾਲ ਕਰਨਾ, ਥੋੜਾ ਸਮੇਂ ਲਈ ਕਥਾ ਇਕਾਗਰਤਾ ਨਾਲ ਸੁਣਨੀ। ਆਪਣੇ ਮਨ ਦੇ ਤਾਈਂ ਪੁੱਛੀਏ, ਕਿਸੇ ਨੂੰ ਨਹੀਂ। ਆਪਣੇ ਮਨ ਨੂੰ ਪੁੱਛੀਏ ਕਿ ਮਨਾ ਤੂੰ ਸੱਚ ਨੂੰ ਛੱਡ ਦਿੱਤਾ ਹੈ, ਤੇਰਾ ਵਾਹਿਗੁਰੂ ਨਾਲ ਪਿਆਰ ਨਹੀਂ ਹੈ। ਆਪਣੇ ਸਰੀਰ ਦੇ ਹੰਕਾਰ ਵਿੱਚ ਹੀ ਤੇਰਾ ਮਨ ਫਸਿਆ ਹੋਇਆ ਹੈ ਪਰ ਤੈਨੂੰ ਆਪ ਨਹੀਂ ਪਤਾ, ਦੂਸਰੇ ਨੂੰ ਪਤਾ ਕਿਉਂਕਿ ਦੂਸਰਾ ਤੇਰੀਆਂ ਆਦਤਾਂ ਨੂੰ ਵੇਖਦਾ ਹੈ। ਮਨ ਆਪਣੀਆਂ ਆਦਤਾਂ ਨੂੰ ਆਪ ਨਹੀਂ ਪਛਾਣ ਸਕਦਾ। ਜੋ ਕੁਝ ਭੈੜਾ ਸੁਭਾਅ ਬਣ ਜਾਂਦਾ ਹੈ। ਜੇ ਕਰਕੇ ਕੋਈ ਫਿਲਮ ਵੇਖਣੀ ਹੈ ਤਾਂ ਫਿਰ ਤਾਂ ਮਨ ਨੂੰ ਬੜਾ ਉਤਸ਼ਾਹ ਆ ਜਾਂਦਾ ਹੈ। ਸੰਗਤ ਵਿੱਚ ਹੀ ਕਿਉਂ ਨੀਂਦ ਤੇ ਆਲਸ ਆਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਚ ਛੱਡ ਕੇ ਝੂਠਾ ਲੱਗਿਓ ਕਿਉਂਕਿ ਸੱਚੇ ਨਾਮ ਨੂੰ ਛੱਡ ਕਰਕੇ ਇਹ ਮਨਾ ਤੂੰ ਝੂਠੇ ਪਦਾਰਥਾਂ ਵਿੱਚ ਲੱਗ ਗਿਆ। ਮਨ ਰੇ ਗਹਿਓ ਨਾ ਗੁਰ ਉਪਦੇਸ਼। ਮਨਾ ਤੂੰ ਗੁਰੂ ਉਪਦੇਸ਼ ਧਾਰਨ ਨਹੀਂ ਕੀਤਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਹਜੂਰ ਫਰਮਾਉਂਦੇ ਹਨ, ਕਰ ਪਰਪੰਚ ਉਦਰ ਨਿਜ ਪੋਖਿਓ। ਜਨਮ ਅਕਾਰਥ ਖੋਇਓ। ਜਨਮ ਤੂੰ ਵਿਅਰਥ ਹੀ ਆਪਣਾ ਫਿਰ ਗਵਾ ਲਏਗਾ। ਕਿਸੇ ਦਾ ਕੁਝ ਨਹੀਂ ਨੁਕਸਾਨ ਹੋਣਾ, ਇਹ ਤੇਰਾ ਆਪਣਾ ਹੀ ਸਭ ਕੁਝ ਨੁਕਸਾਨ ਹੋ ਜਾਵੇਗਾ ਕਿਉਂਕਿ ਜਨਮ ਪਦਾਰਥ ਤੈਨੂੰ ਮਿਲਿਆ ਹੈ। ਵਾਹਿਗੁਰੂ ਨੇ ਜਨਮ ਤੈਨੂੰ ਦਿੱਤਾ ਹੈ ਤੇ ਇਹ ਜਨਮ ਪਦਾਰਥ ਕਿਸੇ ਦਾ ਨਹੀਂ, ਤੇਰਾ ਆਪਣਾ ਹੈ ਜਨਮ ਪਦਾਰਥ। ਇਸ ਕਰਕੇ ਇਸ ਜਨਮ ਨੂੰ ਮਹਾਰਾਜ ਕਹਿੰਦੇ ਅਕਾਰਥ ਨਾ ਖੋ, ਬਿਨਾਂ ਕਾਰਨ ਤੋਂ ਇਹਨੂੰ ਗਵਾ ਨਾ ਕਿਉਂਕਿ ਤੂੰ ਕਾਰਨ ਜਾਣਿਆ ਹੀ ਨਹੀਂ ਇਸ ਜਨਮ ਦੀ ਸਫਲਤਾ ਦਾ। ਇਹ ਜਨਮ ਕਿਵੇਂ ਸਫਲ ਹੋਵੇ ਇਸ ਗੱਲ ਨੂੰ ਤੂੰ ਬੁੱਝਿਆ ਨਹੀਂ, ਜਾਣਿਆ ਨਹੀਂ। ਐਵੇਂ ਗਾਫਲ ਹੋਇਆ ਹੀ ਆਪਣਾ ਜਨਮ ਜਿਹੜਾ ਅਕਾਰਥ ਵਿਅਰਥ ਜਿਹੜਾ ਗਵਾ ਦਿੱਤਾ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਰ ਪਰਪੰਚ ਉਦਰ ਨਿਜ ਪੋਖਿਓ। ਪਰਪੰਚ ਕਰਦਾ ਹੈ ਆਪਣੇ ਉਦਰ ਦੇ ਭਰਨ ਦੇ ਤਾਈਂ, ਆਪਣੇ ਪ੍ਰਯੋਜਨ ਨੂੰ ਸਿੱਧ ਕਰਨਾ ਚਾਹੁੰਦਾ। ਕਦੇ ਕਿਸੇ ਦੀ ਸੇਵਾ ਨਹੀਂ ਕਰਦਾ, ਉਪਕਾਰ ਨਹੀਂ ਕਰਦਾ। ਇਹ ਮਨਾ ਕਿਸੇ ਦਾ ਭਲਾ ਨਹੀਂ ਤੂੰ ਕਰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਹ ਕੇਵਲ ਦਿਖਾਵਾ ਹੀ ਹੈ ਨਾ ਕਿ ਮੈਂ ਸੰਤ ਹਾਂ, ਮੈਂ ਮਹਾਂਪੁਰਖ ਹਾਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਆਪਣੇ ਕੋਲ ਮਾਇਆ ਦੇ ਇਕੱਠੀ ਕਰਨ ਨੂੰ ਬਹੁਤ ਸਾਰਾ ਧਨ ਪਦਾਰਥ ਹੋਵੇ, ਇਉਂ ਪਰਪੰਚ ਕਰਕੇ ਛਲ ਕਰਕੇ ਕਿਸੇ ਭੋਲੇ ਭਾਲੇ ਨੂੰ ਛਲਣਾ, ਪੁੱਠਾ ਰਾਹ ਦਿਖਾ ਦੇਣਾ
ਤੇ ਪਰਮਾਰਥ ਦੇ ਰਾਹ ਤੋਂ ਭੁਲਾ ਦੇਣਾ ਕਿ ਮੇਰਾ ਹੀ ਚੇਲਾ ਬਣਿਆ ਰਹੇ। ਮਹਾਰਾਜ ਕਹਿੰਦੇ ਭਾਈ ਇਹ ਪਰਪੰਚ ਦਿਖਾਵਾ ਕਰਕੇ ਆਪਣੇ ਉਦਰ ਨੂੰ ਭੁੱਖਿਓ ਭਰਨਾ ਕੀਤਾ, ਤੂੰ ਪਾਲਣਾ ਕੀਤਾ ਹੈ ਆਪਣਾ ਹੀ ਪੇਟ। ਪਸ ਕੀ ਨਿਆਈ ਸੋਇਓ। ਫਿਰ ਪਸ਼ੂ ਦੀ ਨਿਆਈ ਸੌਣਾ ਹੈ, ਕਿਉਂਕਿ ਆਪਣੇ ਜਦੋਂ ਪੇਟ ਭਰ ਕੇ ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਾਨੁਖ ਜਨਮ ਹੈ ਹਾਰਿਓ। ਜਦੋਂ ਪੇਟ ਭਰ ਕੇ ਖਾ ਲਿਆ ਪਸ਼ੂ ਦੀ ਤਰ੍ਹਾਂ ਸੂਕਰਾਂ ਮਾਰੀਆਂ ਤੇ 8-8 ਘੰਟੇ ਸੌਂ ਕੇ ਵੀ ਜੇ ਨੀਂਦ ਨਹੀਂ ਪੂਰੀ ਹੋਈ ਤਾਂ ਫਿਰ ਮਹਾਰਾਜ ਕਹਿੰਦੇ ਵੇਖ ਲੈ ਹਾਲਤ ਕੀ ਹੈ। ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਕਰ ਪਰਪੰਚ ਉਦਰ ਨਿਜ ਪੋਖਿਓ, ਪਸ ਕੀ ਨਿਆਈ ਸੋਇਓ। ਪਸ਼ੂ ਦੀ ਨਿਆਈ ਤੂੰ ਸੁੱਤਾ ਰਹਿਣਾ ਹੈ। ਪਸ਼ੂ ਦੀ ਨਿਆਈ ਹੈ ਨਾ, ਅੰਮ੍ਰਿਤ ਵੇਲਾ ਤੇਰੇ ਹੱਥੋਂ ਲੰਘ ਹੀ ਜਾਂਦਾ ਤੇ ਫਿਰ ਤੈਨੂੰ ਜਾਗ ਆਉਂਦੀ ਹੈ। ਪਸ਼ੂਆਂ ਦੀ ਤਰ੍ਹਾਂ ਹੀ ਹੈ ਨਾ, ਤੈਨੂੰ ਕੋਈ ਗਿਆਨ ਦੀ ਸੋਝੀ ਨਹੀਂ। ਜਦੋਂ ਪਸ਼ੂ ਦੇ ਨੇੜੇ ਜਾਓ ਉਹ ਸਿੰਗ ਮਾਰਦਾ ਹੈ, ਜਦੋਂ ਤੇਰੇ ਨਾਲ ਕੋਈ ਭਾਵੇਂ ਪ੍ਰੇਮ ਹੀ ਕਰੇ ਤਾਂ ਵੀ ਤੂੰ ਈਰਖਾ ਦੇ ਸਿੰਗ ਮਾਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਪਸ਼ੂ ਕਿੱਲੇ ਤੇ ਬੱਝੇ ਹੁੰਦੇ ਆ, ਇਵੇਂ ਹੰਕਾਰ ਰੂਪੀ ਕਿੱਲੇ ਤੇ ਸਦਾ ਬੱਝਿਆ ਰਹਿਣਾ ਹੈ। ਵਾਸ਼ਨਾ ਰੂਪੀ ਸੰਗਲ ਪਿਆ ਹੋਇਆ ਤੈਨੂੰ। ਤੇ ਪਸ ਕੀ ਨਿਆਈ ਸੋਇਓ, ਪਸ਼ੂ ਜਿੱਦਾਂ ਸੌਂਦੇ ਆ ਪ੍ਰਤੱਖ ਉਸੇ ਤਰ੍ਹਾਂ ਤੂੰ ਰੱਜ ਕੇ ਸੌਂ ਜਾਣਾ ਹੈ। ਭਜਨ ਕਰਨ ਦੀ ਤੈਨੂੰ ਕੋਈ ਸੁਰਤੀ ਨਹੀਂ ਹੈ, ਕੋਈ ਖਿਆਲ ਹੀ ਨਹੀਂ ਹੈ। ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਖਾਣ 'ਚ ਮਨ ਰੁੱਝਿਆ ਹੋਇਆ ਹੈ ਤੇ ਪਸ਼ੂ ਦੀ ਨਿਆਈ ਤੂੰ ਲੰਮੀਆਂ ਤਾਣ ਕੇ ਸੌਂ ਜਾਣਾ ਹੈ। ਫਿਰ ਜਿਵੇਂ ਪਸ਼ੂ ਗਾਫਲ ਹੁੰਦੇ ਆ ਨਾ, ਇਵੇਂ ਗਾਫਲਤਾਈ ਦੇ ਵਿੱਚ ਤੂੰ ਸੁੱਤਾ ਰਹਿਣਾ ਹੈ, ਜਾਗਦਾ ਹੀ ਨਹੀਂ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਭਾਈ ਪਸ਼ੂ ਦੀ ਨਿਆਈ ਜਿਹੜਾ ਹੈ ਉਹ ਸੌਂ ਜਾਣਾ ਹੈ। ਇਹੋ ਜੀ ਹਾਲਤ ਹੈ। ਗੁਰੂ ਉਪਦੇਸ਼ ਕੀ ਕਹਿੰਦਾ ਹੈ? ਸੱਚੇ ਪਾਤਸ਼ਾਹ ਦਾ ਉਪਦੇਸ਼ ਕਹਿੰਦਾ ਹੈ ਅੰਮ੍ਰਿਤ ਵੇਲੇ ਜਾਗਣਾ, ਥੋੜਾ ਸੌਣਾ, ਥੋੜਾ ਖਾਣਾ। ਇਹ ਮਹਾਰਾਜ ਕਹਿੰਦੇ ਭਾਈ ਗੁਰਮਤਿ ਪਾਏ। ਜਿਹੜਾ ਥੋੜਾ ਬੋਲਣਾ, ਥੋੜਾ ਸੌਣਾ, ਥੋੜਾ ਖਾਣਾ, ਇਹ ਗੁਰਮਤਿ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੱਖਣ ਨੇ। ਪਰ ਮਨ ਕੀ ਕਰਦਾ ਹੈ? ਗਹਿਓ ਨਾ ਗੁਰੂ ਉਪਦੇਸ਼, ਗੁਰੂ ਉਪਦੇਸ਼ ਨੂੰ ਧਾਰਨ ਨਹੀਂ ਕਰਦਾ। ਬੋਲਣਾ ਵੀ ਬੇਲੋੜਾ, ਐਵੇਂ ਬੋਲੀ ਜਾਣਾ ਤੇ ਬੇਲੋੜਾ ਹੀ ਐਵੇਂ ਸਵਾਦ ਦੇ ਵਿੱਚ ਖਾਈ ਜਾਣਾ। ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਦੋਂ ਬੇਲੋੜਾ ਬੋਲਣਾ, ਬੇਲੋੜਾ ਖਾਣਾ ਤੇ ਫਿਰ ਬੇਲੋੜਾ ਹੀ ਸੌਂ ਜਾਣਾ। ਨਹੀਂ ਵੇਖਣਾ ਕਿ ਹੁਣ ਸੌਣ ਦਾ ਸਮਾਂ ਸੌਂ ਜਾਈਏ, ਹੁਣ ਉੱਠਣ ਦਾ ਸਮਾਂ ਉੱਠ ਜਾਈਏ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਸ਼ੂ ਦੀ ਨਿਆਈ ਭਾਈ ਤੂੰ ਸੌਣਾ ਹੈ। ਇਹ ਤੇਰੀ ਹਾਲਤ ਵੈ। ਗੁਰੂ ਉਪਦੇਸ਼ ਗ੍ਰਹਿਣ ਨਹੀਂ ਕੀਤਾ, ਧਾਰਨ ਨਹੀਂ ਕੀਤਾ ਹੈ। ਰਾਮ ਭਜਨ ਕੀ ਗਤ ਨਹੀਂ ਜਾਣੀ। ਵਾਹਿਗੁਰੂ ਦੇ ਭਜਨ ਦੀ ਗਤ ਰੀਤੀ ਜਿਹੜੀ ਆ ਤੂੰ ਜਾਣੀ ਨਹੀਂ। ਵਾਹਿਗੁਰੂ ਦਾ ਭਜਨ ਕਿਵੇਂ ਕਰੀਦਾ ਉਹ ਤਾਂ ਗਤ ਰੀਤੀ ਤੈਨੂੰ ਪਤਾ ਹੀ ਨਹੀਂ। ਅਜੇ ਤੱਕ ਤਰੀਕੇ ਹੀ ਪੁੱਛਦਾ ਫਿਰਦਾ ਕਿ ਨਾਮ ਕਿਵੇਂ ਜਪੀਦਾ ਜੀ, ਸੁਰਤ ਕਿਵੇਂ ਟਿਕਾਈ ਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਰਾਮ ਭਗਤ ਕੀ ਗਤ ਨਹੀਂ ਜਾਣੀ। ਵਾਹਿਗੁਰੂ ਦੇ ਪ੍ਰੇਮ ਦੀ ਜਿਹੜੀ ਆ ਗਤ ਰੀਤੀ ਤੂੰ ਜਾਣੀ ਨਹੀਂ। ਵਾਹਿਗੁਰੂ ਦਾ ਭਜਨ ਕਰਨਾ ਤੈਨੂੰ ਅਜੇ ਤੱਕ ਵੀ ਨਹੀਂ ਆਉਂਦਾ ਹੈ। ਇਹ ਹਾਲਤ ਹੈ ਮਨ ਦੀ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਬਾਹਰਲੇ ਭੇਖ ਤੋਂ ਕਹਿੰਦੇ ਆ, ਕਿਉਂਕਿ ਜਿਹੜਾ ਸਾਡਾ ਸਮਾਜ ਵੈ ਉਹ ਇਸ ਤਰ੍ਹਾਂ ਦੀ ਸਮਾਜ ਦੀ ਹਾਲਤ ਬਣ ਗਈ ਹੈ ਕਿ ਕੁਝ ਜਿਹੜੇ ਹੈ ਜਿਵੇਂ ਗੁਰਦੁਆਰੇ ਸਾਹਿਬਾਂ ਦੇ ਅੰਦਰ ਗ੍ਰੰਥੀ ਸਿੰਘ ਹੁੰਦੇ ਆ, ਬਾਹਰੋਂ ਭਾਵੇਂ ਕਿ ਧਰਮ ਦਾ ਬਾਣਾ ਤਾਂ ਹੈ, ਪਰ ਜੇਕਰ ਕਿ ਧਰਮ ਦਾ ਬਾਣਾ ਪਾ ਲਿਆ ਤੇ ਫਿਰ ਅੰਦਰੋਂ ਪ੍ਰੀਤ ਨਾ ਪਾਈ, ਭਜਨ ਦੀ ਗਤ ਨਹੀਂ ਜਾਣੀ, ਤੇ ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਭੇਖ ਧਾਰਨ ਨਾਲ ਤਾਂ ਵਾਹਿਗੁਰੂ ਨਹੀਂ ਨਾ ਮਿਲਣੇ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਬਾਣਾ ਪਾਇਆ ਹੈ ਤੇ ਧਰਮ ਦੇ ਬਾਹਰੋਂ ਚਿੰਨ੍ਹ ਧਾਰਨ ਕੀਤੇ ਹੈ ਤੇ ਫਿਰ ਅੰਦਰੋਂ ਵੀ ਸਾਨੂੰ ਪ੍ਰੀਤ ਪਾਉਣੀ ਚਾਹੀਦੀ ਹੈ, ਕਿਉਂਕਿ ਮਹਾਰਾਜ ਨੇ ਕਿਹਾ ਮਨ ਕਰਕੇ ਉਪਦੇਸ਼ ਗੁਰੂ ਜੀ ਦਾ ਕਮਾਉਣਾ ਚਾਹੀਦਾ। ਤੇ ਜੇ ਕਰਕੇ ਗੁਰੂ ਉਪਦੇਸ਼ ਧਾਰਨ ਹੀ ਨਹੀਂ ਕੀਤਾ ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਰਾਮ ਦੇ ਭਜਨ ਕਰਨ ਦੀ ਰੀਤੀ ਕਿੱਥੋਂ ਪ੍ਰਾਪਤ ਹੋਵੇਗੀ। ਇਉਂ ਇਹ ਸੋਝੀ ਕਿਵੇਂ ਪਵੇਗੀ। ਸੱਚੇ ਪਾਤਸ਼ਾਹ ਜੀ ਹਜੂਰ ਫਰਮਾਉਂਦੇ ਨੇ ਰਾਮ ਭਜਨ ਕੀ ਗਤ ਨਹੀਂ ਜਾਣੀ। ਵਾਹਿਗੁਰੂ ਦੇ ਭਜਨ ਕਰਨ ਦੀ ਜਿਹੜੀ ਹੈ ਨਾ ਰੀਤੀ, ਉਹ ਮਰਿਆਦਾ ਤਾਂ ਜਾਣੀ ਨਹੀਂ।
ਤੈਨੂੰ ਪਤਾ ਹੀ ਨਹੀਂ ਕਿ ਵਾਹਿਗੁਰੂ ਦਾ ਭਜਨ ਕਿਵੇਂ ਕਰੀਦਾ ਏ। ਮਾਇਆ ਹਾਥ ਬਿਕਾਨਾ, ਮਾਇਆ ਦੇ ਹੱਥ ਤੋਂ ਵਿਕ ਗਿਆ ਹੈ। ਐਵੇਂ ਝੂਠੀਆਂ ਹੀ ਅਰਦਾਸਾਂ ਕਰੀ ਜਾਂਦਾ, ਪੈਸੇ ਲੈ ਲੈ ਕਰਕੇ। ਤੈਨੂੰ ਨਾ ਗੁਰੂ ਸਾਹਿਬ ਦੇ ਉੱਪਰ ਸ਼ਰਧਾ ਹੈ, ਨਾ ਤੈਨੂੰ ਕਿਸੇ ਪ੍ਰਕਾਰ ਡਾਰੀ ਹੈ ਮਨ ਦੇ ਅੰਦਰ, ਤੇ ਮਾਇਆ ਕਰਕੇ ਹੀ, ਕਿਉਂਕਿ ਉਦਰ ਨਿਜ ਭੁੱਖਿਓ, ਆਪਣੇ ਉਦਰ ਨੂੰ ਹੀ ਭੁੱਖਿਓ ਭਰਨ ਦੇ ਵਿੱਚ ਤੇਰਾ ਖਿਆਲ ਲੱਗਾ ਹੋਇਆ ਹੈ। ਜਿਵੇਂ ਇਹੋ ਜੀ ਹਾਲਤ ਹੁੰਦੀ ਹੈ ਨਾ, ਉਹ ਸਰੀਰ ਵੀ ਫਿਰ ਜਿਹੜਾ ਬਿਲਕੁਲ ਜਿਹੜਾ ਉਹ ਬੇਢੰਗਾ ਹੋ ਜਾਂਦਾ ਹੈ, ਬਹੁਤ ਜ਼ਿਆਦਾ ਪੇਟ ਵੱਧ ਜਾਂਦਾ ਹੈ ਤੇ ਸਰੀਰ ਚੋਂ ਬਦਬੂ ਆਉਣ ਲੱਗ ਜਾਂਦੀ ਹੈ, ਤੇ ਇਹੋ ਜੀ ਹਾਲਤ ਹੁੰਦੀ ਹੈ। ਜਿਹੜੇ ਹੈ ਗੋਡੇ ਵੀ ਭਾਰ ਨਹੀਂ ਫਿਰ ਸਰੀਰ ਦਾ ਝੱਲਦੇ। ਕਿੰਨਾ ਕੁ ਸਮਾਂ ਸਰੀਰ ਦੇ ਵਿੱਚ ਫਿਰ ਰਹਿ ਕੇ ਸੁਖੀ ਰਹਿ ਸਕਦਾ, ਫਿਰ ਦੁੱਖ ਸਰੀਰ ਤੇ ਆਉਣ ਲੱਗ ਜਾਂਦੇ ਹੈ, ਰੋਗ ਜਿਹੜੇ ਆ ਉਹ ਸਰੀਰ ਦੇ ਉੱਤੇ ਆਉਣ ਲੱਗ ਜਾਂਦੇ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਭਾਈ ਇਹ ਹਾਲਤ ਹੈ, ਲੱਗਾ ਤੂੰ ਕਿੱਧਰ ਹੋਇਆ ਤੇ ਸੋਚ ਕੀ ਰਿਹਾ, ਕਰਮ ਤੇਰੇ ਕਿਹੋ ਜਿਹੇ ਐ, ਤੇ ਦਿਖਾ ਰਿਹਾ ਕਿ ਮੈਂ ਮੁਕਤੀ ਦੇ ਰਾਹ ਤੇ ਚੱਲ ਰਿਹਾ ਹਾਂ। ਮਹਾਰਾਜ ਕਹਿੰਦੇ ਉਹ ਭਾਈ ਮੁਕਤ ਨਹੀਂ ਹੋਇਆ ਜਾਂਦਾ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਫਿਰ ਪੜ੍ਹ ਦਿਓ। ਰਾਮ ਭਜਨ ਕੀ ਗਤ ਨਹੀਂ ਜਾਣੀ, ਵਾਹਿਗੁਰੂ ਦੇ ਭਜਨ ਕਰਨ ਦੀ ਗਤ ਰੀਤੀ ਤੇ ਤੂੰ ਜਾਣੀ ਨਹੀਂ। ਆਪ ਤੂੰ ਪੰਜ ਬਾਣੀਆਂ ਨਹੀਂ ਪੜ੍ਹਦਾ ਤੇ ਕਹਿਣ ਨੂੰ ਤੂੰ ਗੁਰਦੁਆਰੇ ਸਾਹਿਬ ਦਾ ਗ੍ਰੰਥੀ ਲੱਗਾ ਹੋਇਆ। ਲੋਕ ਤੇਰੇ ਕੋਲ ਆ ਕਰਕੇ ਅਰਦਾਸਾਂ ਕਰਾਉਂਦੇ ਤੇ ਤੂੰ ਸਭ ਨੂੰ ਬੜੇ ਭਰੋਸੇ ਦਿੰਦਾ ਹੈ ਤੇ ਪਰਮੇਸ਼ਰ ਦੇ ਉੱਤੇ ਨਿਸ਼ਚਾ ਕਰਨ ਵਾਸਤੇ ਬੜੇ ਬਚਨ ਕਹਿੰਦਾ, ਪਰ ਆਪ ਦੇ ਮਨ ਦੀ ਹਾਲਤ ਵੇਖ, ਤੈਨੂੰ ਆਪ ਮਨ ਦੇ ਅੰਦਰ ਭਰੋਸਾ ਨਹੀਂ। ਮਹਾਰਾਜ ਉਹਨਾਂ ਸੰਨਿਆਸੀਆਂ ਨੂੰ ਸੰਬੋਧਨ ਕੀ ਹੋ ਕੇ ਕਹਿ ਰਹੇ ਹੈ, ਆਪਣੇ ਮਨ ਤੇ ਮਹਾਰਾਜ ਦਾ ਉਪਦੇਸ਼ ਟਿਕਾਉਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਰਾਮ ਭਜਨ ਕੀ ਗਤ ਨਹੀਂ ਜਾਣੀ। ਬਾਹਰੋਂ ਸੰਨਿਆਸ ਦਾ ਭੇਖ ਤਾਂ ਬਣਾ ਲਿਆ, ਪਰ ਵਾਹਿਗੁਰੂ ਦੇ ਭਜਨ ਕਰਨ ਦੀ ਰੀਤੀ ਨਹੀਂ ਜਾਣੀ ਹੈ। ਮਾਇਆ ਹਾਥ ਬਿਕਾਨਾ, ਮਨ ਮਾਇਆ ਦੇ ਹੱਥ ਵਿਕ ਚੁੱਕਾ ਹੈ। ਮਾਇਆ ਦੇ ਕਰਕੇ ਸਾਰੇ ਪ੍ਰਯੋਜਨ ਨੇ। ਮਾਇਆ ਦੇ ਹੱਥੀਂ ਇੰਨਾ ਵਿਕ ਗਿਆ ਕਿ ਧਰਮ ਦਾ ਰਾਹ ਹੀ ਭੁੱਲ ਗਿਆ ਹੈ। ਇਹਨੂੰ ਪਤਾ ਹੀ ਨਹੀਂ ਕਿ ਧਰਮ ਕੀ ਰਸਤਾ ਦੱਸਦਾ, ਕਿਵੇਂ ਵਾਹਿਗੁਰੂ ਦਾ ਨਾਮ ਜਪ ਕੇ ਮੁਕਤ ਹੋਈਦਾ, ਵਾਹਿਗੁਰੂ ਨਾਲ ਪਿਆਰ ਪਾਈਦਾ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਮਾਇਆ ਦੇ ਹੱਥੀਂ ਵਿਕ ਗਿਆ। ਵਕਾਰਾਂ 'ਚ ਹੀ ਹਰ ਵੇਲੇ ਮਨ ਪਰਵਿਰਤ ਰਹਿਣਾ, ਮਾਇਆ ਦੇ ਹੱਥ ਹੀ ਵਿਕਣਾ ਹੈ। ਉਰਜ ਰਹਿਓ ਬਿਖਿਆਨ ਸੰਗ ਬੌਰਾ, ਮਹਾਰਾਜ ਕਹਿੰਦੇ ਕਮਲਿਆ ਵਿਸ਼ਿਆਂ ਦੇ ਨਾਲ ਹਰ ਵੇਲੇ ਉਲਝਿਆ ਹੋਇਆ, ਫਸਿਆ ਹੋਇਆ ਹੈ, ਤੇ ਬਾਹਰੋਂ ਤੂੰ ਭੇਖ ਬਣਾ ਕੇ ਦਿਖਾ ਰਿਹਾ ਕਿ ਮੈਂ ਸੰਤ ਹਾਂ। ਵੇਖ ਤੇਰਾ ਮਨ ਹਰ ਵੇਲੇ ਵਿਸ਼ਿਆਂ ਵਿੱਚ ਫਸਿਆ ਰਹਿੰਦਾ ਏ। ਨਾਮ ਰਤਨ ਬਿਸਰਾਨਾ, ਜਿਹੜਾ ਨਾਮ ਰੂਪੀ ਰਤਨ ਮੈਂ ਨਾ ਅਮੋਲਕ, ਉਹ ਤੈਨੂੰ ਵਿਸਰ ਗਿਆ, ਭੁੱਲ ਗਿਆ ਹੈ। ਨਾਮ ਰੂਪੀ ਅਮੋਲਕ ਰਤਨ ਨੂੰ ਤੂੰ ਭੁਲਾ ਦਿੱਤਾ ਹੈ। ਨਾਮ ਨਾਲ ਤੇਰਾ ਪਿਆਰ ਨਹੀਂ ਹੈ। ਵਿਸ਼ਿਆਂ ਦੇ ਵਿੱਚ ਬੌਰਿਆ ਕਮਲਿਆ ਤੇਰਾ ਮਨ ਫਸਿਆ ਹੋਇਆ, ਤੇ ਤੂੰ ਦਿਖਾ ਰਿਹਾ ਕਿ ਮੈਂ ਬੜਾ ਧਰਮ ਦਾ ਜਿਹੜਾ ਪੈਰੋਕਾਰ ਹਾਂ, ਬਹੁਤ ਜ਼ਿਆਦਾ ਮੈਨੂੰ ਅਕਲ ਬੜੀ ਸਮਝ ਵੈ। ਜੇ ਸਮਝ ਵੈ ਤੇ ਵਿਸ਼ਿਆਂ ਤੋਂ ਬਚ ਫਿਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੀ ਬਾਣੀ ਕਹਿੰਦੀ ਹੈ ਨਾ, ਬਿਖੈ ਬਾਚ ਹਰ ਰਾਚ ਸਮਝ ਮਨ ਬੌਰਾ ਰੇ। ਤੇਰਾ ਮਨ ਬੌਰਾ ਹੀ ਕਮਲਾ ਹੀ, ਜੇ ਤੂੰ ਸਮਝ ਹੈ ਨਾ ਤੈਨੂੰ ਥੋੜੀ ਬਹੁਤੀ, ਤੇ ਫਿਰ ਵਿਸ਼ਿਆਂ ਤੋਂ ਬਚ, ਵਕਾਰਾਂ ਤੋਂ ਬਚ। ਜੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਆਪਣਾ ਭਲਾ ਜਾਣਦਾ ਹੋਵੇ ਤੇ ਫਿਰ ਇਹ ਵਿਸ਼ਿਆਂ ਤੋਂ ਨਾ ਬਚ ਜੇ। ਇਹ ਬੌਰਾ ਕਮਲਾ, ਇਹਨੂੰ ਪਤਾ ਹੀ ਨਹੀਂ ਲੱਗਦਾ। ਸੱਚੇ ਪਾਤਸ਼ਾਹ ਕਹਿੰਦੇ ਬਾਹਰੋਂ ਤੂੰ ਢੌਂਗ ਦਿਖਾ ਰਿਹਾ ਕਿ ਮੈਨੂੰ ਬੜੀ ਜ਼ਿਆਦੀ ਅਕਲ ਹੈ, ਬੜੀ ਸਮਝ ਵੈ, ਮੈਂ ਬੜਾ ਸੰਤ ਹਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਰਜ ਰਹਿਓ ਬਿਖਿਆਨ ਸੰਗ ਬੌਰਾ। ਬੌਰਿਆ ਕਮਲਿਆ ਤੂੰ ਤਾਂ ਵਿਸ਼ਿਆਂ ਦੇ ਨਾਲ ਉਲਝਿਆ ਹੋਇਆ, ਫਸਿਆ ਹੋਇਆ। ਵਕਾਰ ਤੇਰੇ ਅੰਦਰ ਗੇੜੇ ਲਾਉਂਦੇ ਰਹਿੰਦੇ ਆ, ਖਹਿੜਾ ਨਹੀਂ ਤੇਰਾ ਛੱਡਦੇ। ਨਾਮ ਰਤਨ ਬਿਸਰਾਨਾ, ਨਾਮ ਜਿਹੜਾ ਅਮੋਲਕ ਰਤਨ ਦੀ ਨਿਆਈ ਹੈ, ਜਿਸ ਨੂੰ ਪ੍ਰਾਪਤ ਕਰਕੇ ਰਤ ਨਾ ਕੋਈ ਰਤ ਹੋਰ ਪ੍ਰੀਤੀ ਨਹੀਂ ਰਹਿੰਦੀ, ਉਹਨੂੰ ਤੂੰ ਵਿਸਾਰ ਹੀ ਛੱਡਿਆ। ਤੇ ਫਿਰ ਹੋਰ ਪ੍ਰੀਤਾਂ ਤੈਨੂੰ ਚਿੰਬੜੀਆਂ ਹੋਈਆਂ ਨੇ ਬਹੁਤ ਸਾਰੀਆਂ, ਰਸਾਂ ਕਸਾਂ 'ਚ ਮਨ ਫਸਿਆ ਹੋਇਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਨ ਰੇ ਗਹਿਓ ਨਾ ਗੁਰ ਉਪਦੇਸ਼। ਆਪਣੇ ਮਨ 'ਚ ਝਾਤੀ ਮਾਰ, ਤੂੰ ਗੁਰੂ ਉਪਦੇਸ਼ ਗ੍ਰਹਿਣ ਨਹੀਂ ਕੀਤਾ, ਗੁਰੂ ਉਪਦੇਸ਼ ਤੂੰ ਧਾਰਨੀ ਨਹੀਂ ਕੀਤਾ ਹੈ।
ਇਹੋ ਜੀ ਹਾਲਤ ਹੈ। ਨਾਮ ਰੂਪੀ ਰਤਨ ਅਮੋਲਕ, ਤੈਨੂੰ ਨਾਮ ਰਤਨ ਅਮੋਲਕ ਮਹਾਰਾਜ ਕਹਿੰਦੇ ਹੀਰੇ ਦੀ ਨਿਆਈ ਹੈ। ਇਹ ਤੈਨੂੰ ਪੁੰਨ ਪਦਾਰਥ ਪਾਇਆ, ਪੁੰਨਾਂ ਦੇ ਕਰਕੇ ਪ੍ਰਾਪਤ ਹੁੰਦਾ ਹੈ। ਜਦੋਂ ਨਿਸ਼ਕਾਮ ਕਰਮ ਉਗੜਦੇ ਆ ਨਾ ਤੇ ਫਿਰ ਨਾਮ ਦਾ ਕੋਈ ਸੁਖ ਪ੍ਰਾਪਤ ਹੁੰਦਾ ਹੈ। ਤੂੰ ਹੁਣ ਨਿਸ਼ਕਾਮ ਕਰਮ ਹੀ ਕਰਿਆ ਕਰ ਜੇ ਤੇਰਾ ਨਾਮ ਵਿੱਚ ਚਿੱਤ ਨਹੀਂ ਲੱਗਦਾ। ਉਪਕਾਰ ਕਰਿਆ ਕਰ, ਭਲੇ ਕਰਮ ਕਰਿਆ ਕਰ, ਮਿੱਠਾ ਬੋਲਿਆ ਕਰ। ਉਪਕਾਰ ਕਰੇਗਾ ਤਾਂ ਫਿਰ ਇਹ ਨਿਸ਼ਕਾਮ ਕਰਮਾਂ ਕਰਕੇ ਹੀ ਤੇਰਾ ਜਿਹੜਾ ਚਿੱਤ ਉਹ ਸੁੱਧ ਹੋਵੇਗਾ। ਪਰ ਮਹਾਰਾਜ ਕਹਿੰਦੇ ਚਿੱਤ ਤਾਂ ਮਲੀਨ ਹੋ ਗਿਆ, ਕਿਉਂਕਿ ਨਾਮ ਨੂੰ ਤੂੰ ਵਿਸਾਰ ਹੀ ਛੱਡਿਆ, ਭੁਲਾ ਹੀ ਛੱਡਿਆ ਏ। ਰਹਿਓ ਅਚੇਤ ਨਾ ਚੇਤਿਓ ਗੋਬਿੰਦ। ਮਹਾਰਾਜ ਕਹਿੰਦੇ ਰਹਿਓ ਅਚੇਤ, ਅਗਿਆਨੀ ਬਣਿਆ ਰਿਹਾ, ਅਚੇਤ ਹੀ, ਖਿਆਲ ਹੀ ਨਹੀਂ ਕੀਤਾ, ਧਿਆਨ ਹੀ ਨਹੀਂ ਮਾਰਿਆ ਕਦੇ ਆਪਣੇ ਮਨ ਵੱਲ। ਨਾ ਚੇਤਿਓ ਗੋਬਿੰਦ, ਜੋ ਪ੍ਰਿਥਵੀ ਦਾ ਬਿੰਦ ਪਾਲਣਹਾਰ ਹੈ, ਉਸ ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਕਦੇ ਚੇਤੇ ਹੀ ਨਹੀਂ ਕੀਤਾ। ਸਿਮਰਨ ਵੱਲੋਂ ਅਚੇਤ ਹੀ ਹੋਇਆ ਰਿਹਾ, ਅਗਿਆਨੀ ਹੋਇਆ ਰਿਹਾ ਕਿ ਕੋਈ ਗੱਲ ਨਹੀਂ, ਬਥੇਰਾ ਸਮਾਂ ਪਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਿਮਰਨ ਵੱਲੋਂ ਮਨ ਅਚੇਤ ਵੈ, ਬਬਰਾ ਏ, ਅਗਿਆਨੀ ਹੈ, ਕਮਲਾ ਹੋ ਗਿਆ, ਤੇ ਬਾਹਰੋਂ ਤੂੰ ਦਿਖਾਉਣਾ ਹੈ ਕਿ ਮੈਂ ਪਰਮਾਰਥ ਦੇ ਰਾਹ ਤੇ ਚੱਲ ਰਿਹਾ, ਮੈਂ ਭਾਵ ਭਗਤੀ ਦੇ ਰਾਹ ਤੇ ਚੱਲ ਰਿਹਾ। ਮਹਾਰਾਜ ਕਹਿੰਦੇ ਭਾਈ ਕਿਹੜਾ ਸੰਨਿਆਸ ਹੈ ਇਹ, ਕਿਹੜਾ ਤਿਆਗ ਹੈ? ਤਿਆਗਿਆ ਤਾਂ ਕੁਝ ਵੀ ਨਹੀਂ ਮਨ ਨੇ। ਜਿਵੇਂ ਕਬੀਰ ਜੀ ਨੇ ਕਿਹਾ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਅਜਾਏ ਵਿਅਰਥ ਹੀ ਮਨ ਜਿਹੜਾ ਉਹਨਾਂ ਸਿਰ ਦੇ ਕੇਸ ਜਿਹੜੇ ਅਜਾਏ ਮਨ ਛੱਡੇ ਆ, ਮਨ ਨੂੰ ਨਹੀਂ ਸੋਧਿਆ, ਮਨ ਦੇ ਉੱਤੇ ਗੁਰੂ ਉਪਦੇਸ਼ ਟੁਕਾਇਆ ਨਹੀਂ। ਇਉਂ ਸਤਿਗੁਰੂ ਜੀ ਕਹਿੰਦੇ ਹਨ ਰਹਿਓ ਅਚੇਤ ਨਾ ਚੇਤਿਓ ਗੋਬਿੰਦ। ਮਹਾਰਾਜ ਕਹਿੰਦੇ ਅਚੇਤ ਹੀ ਰਿਓ ਭਜਨ ਵੱਲੋਂ, ਕੋਈ ਖਿਆਲ ਹੀ ਨਹੀਂ ਕੀਤਾ, ਧਿਆਨ ਹੀ ਮਾਰਿਆ, ਇਹ ਵੀ ਚੇਤਾ ਹੀ ਨਹੀਂ ਕੀਤਾ ਕਿ ਉਮਰ ਘਟ ਰਹੀ ਹੈ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਵਾਹਿਗੁਰੂ ਦਾ ਭਜਨ ਨਹੀਂ ਤੂੰ ਕੀਤਾ, ਚੇਤੇ ਨਹੀਂ ਕੀਤਾ ਪਰਮੇਸ਼ਰ ਨੂੰ। ਬਿਰਥਾ ਔਦ ਸਿਰਾਨੀ, ਤੇ ਜਿਹੜੀ ਔਦ ਹੈ ਉਮਰ, ਫਿਰ ਬਿਰਥਾ ਵਿਅਰਥ ਹੀ ਸਰਾਨੀ ਬਤੀਤ ਹੋ ਗਈ। ਐਵੇਂ ਫਜ਼ੂਲ ਕੰਮਾਂ 'ਚ ਹੀ ਉਮਰ ਸਾਰੀ ਜਿਹੜੀ ਉਹ ਲੰਘ ਗਈ, ਭੈੜੇ ਕਰਮਾਂ 'ਚ ਹੀ ਉਮਰ ਸਾਰੀ ਬਰਬਾਦ ਹੋ ਗਈ। ਉਮਰਾਂ ਨੂੰ ਸਫਲ ਨਹੀਂ ਕੀਤਾ, ਉਹਨੂੰ ਸਾਰਥ ਨਹੀਂ ਕੀਤਾ ਆਪਣੀ ਉਮਰ ਨੂੰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਭੇਖ ਬਣਾ ਬਣਾ ਕਰਕੇ, ਲੋਕਾਂ ਨੂੰ ਪ੍ਰਪੰਚ ਦਿਖਾ ਦਿਖਾ ਕਰਕੇ ਬਿਰਥਾ ਔਦ ਸਰਾਨੀ, ਸਾਰੀ ਦੀ ਸਾਰੀ ਉਮਰ ਹੀ ਮਹਾਰਾਜ ਕਹਿੰਦੇ ਵਿਅਰਥ ਭਾਈ ਲੰਘ ਗਈ, ਗੁਜ਼ਰ ਗਈ। ਕਹੋ ਨਾਨਕ ਹਰ ਬਿਰਦ ਪਛਾਨਾ। ਉਹ ਸੰਨਿਆਸੀ ਨੂੰ ਜਦੋਂ ਅੰਦਰਲਾ ਉਹਦਾ ਮਨ ਖੋਲ ਕੇ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਨੇ ਦੱਸਿਆ, ਧੰਨ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਐਸੇ ਟੇਢਿਆਂ ਨੂੰ ਵੀ ਰੱਬ ਦਾ ਰਾਹ ਵਿਖਾ ਦਿੱਤਾ। ਸੱਚੇ ਪਾਤਸ਼ਾਹ ਨੇ ਗਰੀਬ ਨਵਾਜ਼ ਸਤਿਗੁਰੂ ਜੀ ਦੇ ਅੱਗੇ ਉਹਨ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੱਚਮੁੱਚ ਹੀ ਅਸੀਂ ਤਾਂ ਇੰਨੇ ਹੀ ਗਰਕੇ ਹੋਏ ਹਾਂ, ਬਾਹਰੋਂ ਭੇਖ ਬਣਾ ਕੇ ਹੀ ਸਮਝਦੇ ਸਾਂ ਕਿ ਪਰਮਾਰਥ ਦੇ ਰਾਹ ਤੇ ਤੁਰਿਆ ਜਾਂਦਾ ਹੈ, ਪਰ ਮਹਾਰਾਜ ਸਾਡੇ ਮਨ ਦੀ ਬਿਲਕੁਲ ਹਾਲਤ ਇਹੀ ਹੈ ਜੋ ਆਪ ਨੇ ਕਹੀ ਹੈ। ਪੂਰੇ ਗੁਰੂ ਜੀ ਦੇ ਅੱਗੇ ਜੇ ਦੱਸ ਦੇ ਤਾਂ ਫਿਰ ਡਾਕਟਰ ਦੇ ਅੱਗੇ, ਵੈਦ ਦੇ ਅੱਗੇ ਦੱਸਿਆ ਹੋਇਆ ਰੋਗ ਮਹਾਰਾਜ ਜੀ ਉਹਦੀ ਦਵਾਈ ਸੱਚੇ ਪਾਤਸ਼ਾਹ ਦੇ ਦਿੰਦੇ ਆ ਗਰੀਬ ਨਵਾਜ਼। ਇੱਥੋਂ ਤੱਕ ਜੇ ਮਨ ਗਰਕ ਗਿਆ ਹੋਵੇ ਤਾਂ ਸੱਚੇ ਪਾਤਸ਼ਾਹ ਮਹਾਰਾਜ ਫਿਰ ਵੀ ਭਲਾ ਕਰ ਦਿੰਦੇ ਆ। ਉਹਨਾਂ ਨੇ ਬੇਨਤੀ ਕੀਤੀ ਗਰੀਬ ਨਵਾਜ਼ ਜੀ, ਸੱਚੇ ਪਾਤਸ਼ਾਹ ਬਿਲਕੁਲ ਸਾਡੇ ਮਨ ਦੀ ਹਾਲਤ ਇਹੀ ਹੈ, ਬੁਰਾ ਸੁਭਾਅ ਮਨ ਦਾ ਨਹੀਂ ਛੁਟਕਿਆ। ਅਜੇ ਤੱਕ ਮਹਾਰਾਜ ਇੰਨੀ ਉਮਰ ਲੰਘ ਗਈ, ਭਜਨ ਕਰਨ ਦਾ ਤਰੀਕਾ ਹੀ ਨਹੀਂ ਪਤਾ ਲੱਗਾ, ਪਰਮੇਸ਼ਰ ਦੀ ਕੋਈ ਸਾਨੂੰ ਸੋਝੀ ਨਹੀਂ। ਮਹਾਰਾਜ ਭਰ ਭਰ ਕੇ ਪੇਟ ਖਾ ਕੇ ਤੇ ਪਸ਼ੂਆਂ ਵਾਂਗੂ ਹੀ ਸੌਂਦੇ ਆ। ਮਹਾਰਾਜ ਸਾਡੀ ਇਹੀ ਹਾਲਤ ਹੈ। ਮਹਾਰਾਜ ਸਾਨੂੰ ਕਿਰਪਾ ਕਰਕੇ ਹੁਣ ਪਰਮਾਰਥ ਦਾ ਰਾਹ ਦੱਸੋ। ਮਹਾਰਾਜ ਉਮਰ ਤਾਂ ਸਾਡੀ ਲੰਘ ਗਈ ਵਿਅਰਥ, ਮਹਾਰਾਜ ਕੋਈ ਸਾਡਾ ਵੀ ਭਲਾ ਹੋ ਸਕਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਅਰਦਾਸ ਕਰੋ। ਫਿਰ ਮਹਾਰਾਜ ਸ਼ਬਦ ਦੇ ਅਖੀਰ ਵਿੱਚ ਭਲੇ ਲਈ ਗਰੀਬ ਨਵਾਜ਼ ਅਰਦਾਸ ਕਰਨ ਦੀ ਜਾਚ ਹਜੂਰ ਦੱਸਦੇ ਹਨ। ਕਹੋ ਨਾਨਕ ਹਰ ਬਿਰਦ ਪਛਾਨਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਐ ਇਹੋ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰੋ, ਮਹਾਰਾਜ ਆਪਣੇ ਬਿਰਦ ਨੂੰ, ਧਰਮ ਨੂੰ ਪਛਾਣ ਲਓ। ਸੱਚੇ ਪਾਤਸ਼ਾਹ ਸਾਡੀ ਹਾਲਤ ਤਾਂ ਮਹਾਰਾਜ ਕਿਹੋ ਜੀ ਹੈ ਹਜੂਰ ਦੱਸਦੇ ਹਨ। ਭੂਲੇ ਸਦਾ ਪ੍ਰਾਨੀ। ਮਹਾਰਾਜ ਅਸੀਂ ਪ੍ਰਾਣੀ ਅਲਪੱਗ ਹਾਂ। ਮਹਾਰਾਜ
ਸਦਾ ਹੀ ਭੁੱਲ ਜਾਂਦੇ ਆ। ਸੱਚੇ ਪਾਤਸ਼ਾਹ ਸਾਨੂੰ ਆਪ ਕਿਰਪਾ ਕਰਕੇ ਮਹਾਰਾਜ ਰਾਹ ਦਿਖਾਓ। ਗਰੀਬ ਨਵਾਜ ਆਪ ਕਿਰਪਾ ਕਰਕੇ ਸਾਡਾ ਮਾਰਗ ਦਰਸ਼ਨ ਕਰੋ। ਮਹਾਰਾਜ ਸਾਨੂੰ ਬਖਸ਼ ਲਓ, ਕਿਉਂਕਿ ਅਸੀਂ ਮਹਾਰਾਜ ਛਿਨ ਛਿਨ ਭੁੱਲਾਂ ਕਰਦੇ ਹਾਂ। ਗਰੀਬ ਨਵਾਜ ਸਵਾਸ ਸਵਾਸ ਅਸੀਂ ਭੁੱਲਾਂ ਕਰਦੇ ਹਾਂ। ਸੱਚੇ ਪਾਤਸ਼ਾਹ ਆਪਣੇ ਬਖਸ਼ੰਦ ਬਿਰਦ ਨੂੰ ਪਛਾਣੋ ਆਪ। ਸੱਚੇ ਪਾਤਸ਼ਾਹ ਮੇਰੀਆਂ ਗਲਤੀਆਂ ਨੂੰ, ਮੇਰੇ ਔਗਣਾਂ ਨੂੰ ਨਾ ਮਹਾਰਾਜ ਵੇਖੋ। ਕਿਰਪਾ ਕਰੋ ਸੱਚੇ ਪਾਤਸ਼ਾਹ ਮਹਾਰਾਜ, ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਪਣੀ ਬਖਸ਼ਿਸ਼ ਕਰਕੇ ਮਹਾਰਾਜ ਸਾਨੂੰ ਮਿਹਰ ਕਰਕੇ ਬਖਸ਼ ਲਓ। ਔਗਣੇ ਸਾਰੇ ਹੀ ਨੇ, ਅਸੀਂ ਵਿਖਾਵਾ ਕਰਦੇ ਹਾਂ। ਸੱਚ ਨਾਮ ਨੂੰ ਛੱਡ ਕੇ ਝੂਠਿਆਂ ਪਦਾਰਥਾਂ ਵਿੱਚ, ਰਸਾਂ ਵਿੱਚ ਮਨ ਮਹਾਰਾਜ ਲੱਗਿਆ ਹੋਇਆ ਤੇ ਦਿਖਾਵਾ ਕਰਦੇ ਆ ਆਪਣੇ ਪੇਟ ਦੇ ਭਰਨ ਦੀ ਨਿਆਈ। ਆਪਣੀ ਪ੍ਰਭਤਾ ਦਿਖਾਉਨੇ ਸੰਸਾਰ ਦੇ ਅੰਦਰ। ਭਜਨ ਕਰਨ ਦਾ ਸਾਨੂੰ ਪਤਾ ਹੀ ਕੋਈ ਨਹੀਂ। ਮਾਇਆ ਦੇ ਹੱਥ ਵਿੱਚ ਮਹਾਰਾਜ ਸਾਡਾ ਮਨ ਵਿਕ ਗਿਆ, ਵਿਸ਼ਿਆਂ ਵਿੱਚ ਮਨ ਉਲਝ ਗਿਆ ਹੈ। ਨਾਮ ਰਤਨ ਨੂੰ ਭੁਲਾ ਹੀ ਦਿੱਤਾ ਹੈ, ਚੇਤਾ ਹੀ ਨਹੀਂ ਕੀਤਾ ਵਾਹਿਗੁਰੂ ਦੇ ਭਜਨ ਦਾ ਕਦੇ ਵੀ। ਉਮਰ ਮਹਾਰਾਜ ਹੁਣ ਬਿਅਰਥ ਲੰਘ ਗਈ। ਸੱਚੇ ਪਾਤਸ਼ਾਹ ਕਹਿੰਦੇ ਫਿਰ ਅਜੇ ਵੀ ਅਰਦਾਸ ਕਰ ਵਾਹਿਗੁਰੂ ਦੇ ਅੱਗੇ। ਕਹੋ ਨਾਨਕ ਹਰ ਬਿਰਦ ਪਛਾਨੋ। ਹੇ ਹਰੀ, ਆਪਣਾ ਬਿਰਦ ਮਹਾਰਾਜ ਜਿਹੜਾ ਧਰਮ ਹੈ ਨਾ, ਉਹ ਪਛਾਣ ਲਓ। ਆਪ ਔਗਣ ਹਾਰਿਆਂ ਨੂੰ ਵੀ ਬਖਸ਼ ਲੈਂਦੇ ਹੋ। ਸੱਚੇ ਪਾਤਸ਼ਾਹ ਭੂਲੇ ਸਦਾ ਪੁਰਾਨੀ, ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਡੇ ਲਈ ਅਰਦਾਸ ਕਰਦੇ। ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਦੇ ਅੰਦਰ, ਹੇ ਵਾਹਿਗੁਰੂ ਆਪਣਾ ਬਿਰਦ ਪਛਾਣੋ। ਜਿਹੜੇ ਮਹਾਰਾਜ ਜੀ ਦੇ ਸ਼ਬਦ ਨੂੰ ਸੁਣ ਕਰਕੇ ਇਸ ਅਰਦਾਸ ਨੂੰ ਸੁਣਦੇ ਆ, ਹਜ਼ੂਰ ਉਹਨਾਂ ਦਾ ਭਲਾ ਕਰ ਦਿੰਦੇ। ਸੱਚੇ ਪਾਤਸ਼ਾਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਹੇ ਵਾਹਿਗੁਰੂ ਆਪ ਆਪਣੇ ਬਖਸ਼ੰਦ ਬਿਰਦ ਨੂੰ, ਬਖਸ਼ੰਦ ਧਰਮ ਨੂੰ ਪਛਾਣ ਕਰਕੇ ਮਹਾਰਾਜ ਬਖਸ਼ ਲਓ, ਕਿਉਂਕਿ ਭੂਲੇ ਸਦਾ ਪੁਰਾਨੀ। ਇਹ ਪੁਰਾਣਾ ਧਾਰੀ ਜੀਵ ਤਾਂ ਸਦਾ ਹੀ ਭੁੱਲਦੇ ਆ, ਗਲਤੀਆਂ ਕਰਦੇ ਆ, ਅਲਪੱਗ ਜੋ ਹੋਏ ਮਹਾਰਾਜ। ਇਸ ਕਰਕੇ ਆਪ ਮਿਹਰ ਕਰੋ, ਆਪਣੀ ਬਖਸ਼ਿਸ਼ ਕਰਕੇ ਮਹਾਰਾਜ ਸਾਨੂੰ ਨਾਮ ਦੀ ਦਾਤ ਦੇ ਦਿਓ, ਅੰਮ੍ਰਿਤ ਵੇਲੇ ਦੇ ਉੱਠਣ ਦੀ ਦਾਤ ਦਿਓ, ਭਜਨ ਵਿੱਚ ਪ੍ਰੀਤ ਲਾਉਣ ਦੀ ਦਾਤ ਦਿਓ। ਇਹ ਮਹਾਰਾਜ ਸਾਡੇ ਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਰਹਿਓ ਅਚੇਤ ਨਾ ਚੇਤਿਓ ਗੋਬਿੰਦ, ਬਿਰਥਾ ਔਦ ਸਿਰਾਨੀ। ਕਹੋ ਨਾਨਕ ਹਰ ਬਿਰਦ ਪਛਾਨਾ, ਭੂਲੇ ਸਦਾ ਪੁਰਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਕਰਨੋ ਨਿਦ ਆਵੈ ਧਾਏ, ਕਰਨੋ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।